ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਅਸੀਂ ਗੱਲ ਜਦੋਂ ਪ੍ਰਚਾਰ ਦੀ ਕਰਦੇ ਹਾਂ ਤੇ ਅਸੀਂ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਵੀ ਦੋਸ਼ ਦਿੰਦੇ ਹਾਂ ਕਿ ਉਹ ਪ੍ਰਚਾਰ ਠੀਕ ਤਰੀਕੇ ਨਾਲ ਨਹੀਂ ਕਰਦੀਆਂ, ਤਾਂ ਕਰਕੇ ਸਿੱਖੀ ਨੂੰ ਛੱਡ ਕੇ ਲੋਕ ਜਿਹੜੇ ਆ ਉਹ ਦੂਸਰੇ ਪਾਸੇ ਜਾ ਰਹੇ ਆ, ਜਾਂ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਪਰ ਕਿਤੇ ਨਾ ਕਿਤੇ ਅਸੀਂ ਖੁਦ ਵੀ ਉਸ ਚੀਜ਼ ਦੇ ਲਈ ਜ਼ਿੰਮੇਵਾਰ ਹਾਂ, ਕਿਉਂਕਿ ਹਰੇਕ ਸਿੱਖ ਨੂੰ ਚਾਹੀਦਾ ਆ ਕਿ ਉਹ ਸਿੱਖੀ ਦਾ ਪ੍ਰਚਾਰ ਆਪ ਕਰੇ, ਆਪਣੇ ਹੱਥੀਂ ਕਰੇ। ਕਿਸੇ ਵੀ ਰੂਪ ਦੇ ਵਿੱਚ ਉਹ ਪ੍ਰਚਾਰ ਕੀਤਾ ਜਾ ਸਕਦਾ ਆ। ਅੱਜ ਦਾ ਮੇਰਾ ਗੱਲਬਾਤ ਦਾ ਜਿਹੜਾ ਵਿਸ਼ਾ ਆ ਤੇ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਭਾਈ ਸੰਤੋਖ ਸਿੰਘ, ਜਿਹੜੇ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਗੁਰੂ ਘਰ ਦੇ ਵਜ਼ੀਰ ਨੇ। ਅਤੇ ਨਾਲ ਉਹਨਾਂ ਦੇ ਕੋਲ ਜਿਹੜਾ ਇੱਕ ਆਪਣੀ ਕਿਰਤ ਦਾ ਸਾਧਨ ਆਟੋ ਆ, ਉਹਦੇ ਰਾਹੀਂ ਉਹ ਪ੍ਰਚਾਰ ਕਰ ਰਹੇ ਨੇ, ਗੁਰਬਾਣੀ ਦਾ, ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਅਤੇ ਉਸ ਚੀਜ਼ ਨੂੰ ਦੇਖ ਕੇ ਸਾਨੂੰ ਲੱਗਿਆ ਕਿ ਉਹ ਗੱਲ ਅਸੀਂ ਤੁਹਾਡੇ ਤੱਕ ਵੀ ਪਹੁੰਚਾਈਏ, ਅਤੇ ਉਹਨਾਂ ਨੇ ਆਪਣੇ ਆਟੋ ਨੂੰ ਕਿਵੇਂ ਜਿਹੜਾ ਆ ਉਹ ਸ਼ਿੰਗਾਰਿਆ ਆ ਅਤੇ ਕੀ ਕੁਛ ਉਹਦੇ ਉੱਤੇ ਲਿਖਿਆ ਆ, ਉਹ ਚੀਜ਼ਾਂ ਅਸੀਂ ਤੁਹਾਨੂੰ ਵੀ ਦਸੀਏ, ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਕਿਸੇ ਦੇ ਉੱਤੇ ਦੋਸ਼ ਦੇਣ ਦੀ ਬਜਾਏ ਆਪ ਵੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹਾਂ, ਚਾਹੇ ਉਹ ਕਿਸੇ ਨੂੰ ਕੁਝ ਗੱਲਾਂ ਸਮਝਾ ਕੇ ਜਾਂ ਕੁਝ ਗੱਲਾਂ ਦਿਖਾ ਕੇ, ਜਾਂ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਜਿਵੇਂ ਦਾ ਭਾਈ ਸੰਤੋਖ ਸਿੰਘ ਜੀ ਕਰ ਰਹੇ ਆ। ਸੋ ਆਓ ਪਹਿਲਾਂ ਤਾਂ ਤੁਹਾਨੂੰ ਭਾਈ ਸੰਤੋਖ ਸਿੰਘ ਹੋਰਾਂ ਦੇ ਨਾਲ ਮਿਲਾਉਂਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਭਾਈ ਸਾਹਿਬ ਜੀ ਅੱਜ ਮੇਰੇ ਕੋਲ ਆਏ ਹਨ ਮੇਰਾ ਇੰਟਰਵਿਊ ਲੈਣ ਵਾਸਤੇ ਨਾਲ ਗੱਡੀ ਦਾ। ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ, ਤਾਂ ਮੈਂ ਭਾਈ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਜੀ। ਬਿਲਕੁਲ ਜੀ। ਸੰਗਤ ਜੀ, ਮੈਂ ਇਹ ਵੀ ਦੱਸ ਦੇਵਾਂ ਕਿ ਭਾਈ ਸਾਹਿਬ ਹੋਰਾਂ ਦਾ ਜਿਹੜਾ ਪਿਛੋਕੜ ਪਹਿਲਾਂ ਹਰਿਆਣੇ ਤੋਂ ਆ, ਫਿਰ ਪਟਿਆਲੇ ਦੇ ਵਿੱਚ ਜਿਹੜਾ ਆ ਉਹ ਰਹਿੰਦੇ ਰਹੇ ਆ, ਅਤੇ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਸੇਵਾਵਾਂ ਜਿਹੜੀਆਂ ਆ ਉਹ ਨਿਭਾ ਰਹੇ ਆ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਓਵਰਆਲ ਜਿਹੜਾ ਆ ਉਹ ਆਟੋ ਦਿਖਾ ਦਿੰਦਾ ਆ। ਰਾਜ ਕਰੇਗਾ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਪਰ ਲਿਖਿਆ ਹੋਇਆ ਆ ਖਾਲਸਾ ਫੌਜ ਕੌਰ ਸਿੰਘ, ਅਤੇ ਸ਼ਹੀਦਾਂ ਨੂੰ ਪ੍ਰਣਾਮ ਜਿਹੜਾ ਆ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਓ। ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਜਿਹੜੇ ਆ ਉਹ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਆ ਉਹ ਵੀ ਬਣਾਏ ਹੋਏ ਆ। ਅਤੇ ਆਟੋ ਨੂੰ ਜੇਕਰ ਅਗਲੇ ਪਾਸਿਓਂ ਅਸੀਂ ਦੇਖਦੇ ਹਾਂ ਤਾਂ ਬਹੁਤ ਵੱਡੀ ਗੱਲ, ਪੀਓ ਪੌਹਲ ਖੰਡੇ ਤਾਰ ਹੋਏ ਜਨਮ ਸੁਹੇਲਾ। ਸੋ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ। ਉਹ ਸੁਨੇਹਾ ਜਿਹੜਾ ਆ ਉਹ ਫਰੰਟ ਵਾਲੇ ਪਾਸਿਓਂ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ। ਸੋ ਖਾਲਸਾ ਜਿਹੜਾ ਆ ਸਿੰਘ ਕੌਰ ਦੀ ਗੱਲ ਕੀਤੀ ਗਈ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਜੀ ਆਇਆਂ ਨੂੰ ਜਿਹੜਾ ਉਹ ਲਿਖਿਆ ਗਿਆ ਮੀਰੀ ਪੀਰੀ। ਦੋ ਨਿਸ਼ਾਨ ਸਾਹਿਬ ਜਿਹੜੇ ਮੈਂ ਤੁਹਾਨੂੰ ਦਿਖਾਏ ਸੀਗੇ ਪਹਿਲਾਂ ਅਗਲੇ ਪਾਸਿਓਂ, ਉਹ ਖੰਡੇ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਬਣਾਏ ਹੋਏ ਆ, ਨਜ਼ਰ ਆ ਰਹੇ ਆ, ਜਿੱਥੇ ਮੀਰੀ ਅਤੇ ਪੀਰੀ ਦੀ ਗੱਲ ਜਿਹੜੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੀ, ਅਤੇ ਉਸ ਦੇ ਉੱਤੇ ਉਹ ਖਰੇ ਵੀ ਉਤਰੇ। ਸੋ ਉਹ ਗੱਲਾਂ, ਅਤੇ ਨਾਲ ਅਗਲੇ ਪਾਸੇ ਸ਼ੀਸ਼ੇ ਦੇ ਉੱਤੇ ਉਹ ਇੱਕ ਬਾਟਾ ਜਿਹੜਾ ਅੰਮ੍ਰਿਤ ਵਾਸਤੇ ਤਿਆਰ ਹੁੰਦਾ, ਜਦੋਂ ਕਿਸੇ ਪ੍ਰਾਣੀ ਨੇ ਅੰਮ੍ਰਿਤ ਛਕਣਾ ਹੁੰਦਾ, ਅਤੇ ਪੰਜ ਪਿਆਰੇ ਸਾਹਿਬਾਨ ਜਿਹੜੇ ਆ ਉਹ ਅੰਮ੍ਰਿਤ ਦਾ ਬਾਟਾ ਜਿਹੜਾ ਉਹ ਤਿਆਰ ਕਰਦੇ ਆ। ਅਤੇ ਸ਼ੀਸ਼ੇ ਦੇ ਦੂਸਰੇ ਪਾਰ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਇੱਕ ਸਰੂਪ ਜਿਹੜਾ ਉਹ ਨਜ਼ਰ ਆ ਰਿਹਾ ਆ। ਉਹ ਅੰਦਰ ਵਾਲੀਆਂ ਚੀਜ਼ਾਂ ਅਸੀਂ ਤੁਹਾਨੂੰ ਆਟੋ ਦੇ ਅੰਦਰਲੇ ਪਾਸਿਓਂ ਵੀ ਜਾ ਕੇ ਜਿਹੜੀਆਂ ਆ ਉਹ ਕਲੀਅਰਲੀ ਦਿਖਾਵਾਂਗੇ। ਪਹਿਲਾਂ ਅਸੀਂ ਤੁਹਾਨੂੰ ਬਾਹਰਲੇ ਪਾਸਿਓਂ ਇੱਕ ਵਾਰੀ ਆਟੋ ਜਿਹੜਾ ਆ ਉਹ ਚੰਗੀ ਤਰ੍ਹਾਂ ਦਿਖਾ ਦਿੰਦੇ ਹਾਂ, ਅਤੇ ਫਿਰ ਭਾਈ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੀ ਕਰਦੇ ਹਾਂ। ਇੱਧਰਲੇ ਪਾਸੇ ਵੀ ਜਿਹੜੇ ਆ ਉਹ ਦੋ ਸ਼ੇਰ ਬਣਾਏ ਗਏ ਆ, ਸ਼ੇਰ ਅਤੇ ਸ਼ੇਰਨੀ, ਜਿਵੇਂ ਅਸੀਂ ਸਿੰਘ ਅਤੇ ਕੌਰ ਦੀ ਗੱਲ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਜਿਹੜਾ ਉਹ ਵੀ ਲਿਖਿਆ ਹੋਇਆ, ਰਾਜ ਕਰੇਗਾ ਖਾਲਸਾ। ਅਤੇ ਜਿਵੇਂ ਸ਼ਹੀਦੀ ਹਫ਼ਤਾ ਜਿਹੜਾ ਲੰਘ ਕੇ ਗਿਆ ਆ, ਉਸ ਨੂੰ ਯਾਦ ਕਰਦਿਆਂ, ਸ਼ਹੀਦਾਂ ਨੂੰ ਯਾਦ ਕਰਦਿਆਂ, ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਜਿਹੜਾ ਆ ਉਹ ਸ਼ਹੀਦੀ ਹਫ਼ਤਾ ਜਿਹੜਾ ਅਸੀਂ ਮਨਾਇਆ ਆ। ਸੋ ਉਹ ਵੀ ਇੱਥੇ ਬੱਚਿਆਂ ਤੱਕ ਜਿਹੜੀ ਗੱਲ ਆ ਉਹ ਪਹੁੰਚਾਉਣ ਵਾਸਤੇ ਬੜਾ ਸੁੰਦਰ ਸੁਨੇਹਾ ਜਿਹੜਾ ਆ ਉਹ ਦਿੱਤਾ ਗਿਆ ਆ। ਇੱਧਰ ਇੱਕ ਸ਼ੀਸ਼ੇ ਦੇ ਬਾਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਓ ਅਸੀਂ ਵੀ ਬੀਬਾ ਬੱਚਾ ਬਣੀਏ ਅਤੇ ਆਪਣੇ ਬੱਚਿਆਂ ਨੂੰ ਬਣਾਈਏ। ਸੋ ਇੱਥੇ ਇੱਕ ਗੁਰਸਿੱਖ ਬੱਚੇ ਦਾ ਸਰੂਪ ਜਿਹੜਾ ਆ ਉਹ ਇੱਥੇ ਦਿਖਾਇਆ ਗਿਆ ਆ, ਅਤੇ ਮੰਮੀ ਜੀ ਗੁਰੂ ਘਰ ਚੱਲੀਏ। ਸੋ ਇਹ ਇੱਕ ਬੱਚੇ ਦੇ ਅੱਗੇ ਖਾਣ ਪੀਣ ਦਾ ਸਮਾਨ ਜਿਹੜਾ ਉਹ ਵੀ ਸਾਰਾ, ਵੀ ਕਿਸੇ ਚੀਜ਼ ਦੀ ਕੋਈ ਕਮੀ ਨਾ ਰਵੇ, ਉਹ ਵੀ ਸਾਰਾ ਕੁਝ ਦਰਸਾਇਆ ਗਿਆ। ਦਾਦੀ ਜੀ ਘੁੰਮਣ ਚੱਲੀਏ, ਅਤੇ ਪਿਤਾ ਜੀ ਆਓ ਸਕੂਲ ਚੱਲੀਏ, ਉਹ ਵੀ ਗੱਲ ਜਿਹੜੀ ਆ ਉਹ ਕੀਤੀ ਗਈ ਆ। ਸੋ ਇੱਥੋਂ ਤੁਸੀਂ ਦੇਖ ਸਕਦੇ ਹੋ ਆਟੋ ਦਾ ਪਿਛਲਾ ਪਾਸਾ ਜਿਹੜਾ ਆ
ਉਹਦੇ ਸੰਬੰਧ ਦੇ ਵਿੱਚ ਸਾਰਾ ਹੀ ਇੱਥੇ ਜਿਹੜਾ ਆ ਉਹ ਗੁਰਬਾਣੀ ਪੜ੍ਹੋ, ਸਿਮਰਨ ਕਰੋ। ਚਾਰ ਸਾਹਿਬਜ਼ਾਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਦਾ ਚੇਤੇ ਰੱਖੋ। ਆਓ ਸ਼ਹੀਦਾਂ ਦੀ ਯਾਦ ਵਿੱਚ ਸਿੱਖੀ ਸਰੂਪ ਵਾਲੇ ਬਣੀਏ ਜੀ। ਸੋ ਇਹ ਇੱਕ ਬੜਾ ਅੱਛਾ ਪ੍ਰਚਾਰ ਦਾ ਸਾਧਨ, ਇੱਕ ਸੁਨੇਹਾ ਤੇ ਇੱਕ CCTV ਕੈਮਰਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਗਾਇਆ ਗਿਆ ਆ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਅਦਭੁਤ ਚੀਜ਼ ਜਿਹੜੀ ਹੈ ਇੱਥੇ ਨਜ਼ਰ ਆ ਰਹੀ ਆ, ਕਿਉਂਕਿ ਜ਼ਿਆਦਾਤਰ ਅਸੀਂ ਵੇਖਦੇ ਹਾਂ ਕਿ ਆਟੋ ਜਿਹੜੇ ਆ ਉਹਨਾਂ ਦੀ ਜਿਹੜੀ ਆ ਹਾਲਤ ਕਾਫੀ ਖਸਤਾ ਹੁੰਦੀ ਹੈ। ਬਹੁਤ ਸੋਹਣੇ ਤਰੀਕੇ ਨਾਲ ਇਸ ਨੂੰ ਸ਼ਿੰਗਾਰਿਆ ਤੇ ਨਾਲ ਸੁਨੇਹਾ ਜਿਹੜਾ ਝੂਲ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਮਾਵਾਂ ਭੈਣਾਂ ਠੰਡੀਆਂ ਛਾਵਾਂ, ਮਾਵਾਂ ਭੈਣਾਂ ਦੇ ਸਿਰ ਦੇ ਉੱਤੇ ਚੁੰਨੀ ਫੱਬਦੀ ਹੈ, ਸਿਰ ਢੱਕ ਕੇ ਰੱਖੋ ਜੀ। ਸੋ ਇਸ ਤਰ੍ਹਾਂ ਦੇ ਮਤਲਬ ਕਿ ਸੁਨੇਹੇ ਮੈਸੇਜ ਬੱਚਿਆਂ ਨੂੰ, ਬੀਬੀਆਂ ਨੂੰ, ਲੜਕੀਆਂ ਨੂੰ, ਬੇਟੀਆਂ ਨੂੰ, ਸਾਰਿਆਂ ਨੂੰ ਜਿਹੜੇ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਮਾਂ ਭੈਣ ਵੀਰ ਸਾਨੂੰ ਗੁਰਬਾਣੀ ਦਾ ਇੱਕ ਕੰਠ ਸ਼ਬਦ ਸੁਣਾਏਗੀ, ਜਿਨ੍ਹਾਂ ਨੂੰ ਗੁਰਬਾਣੀ ਕੰਠ ਹੈ, ਉਹ ਸ਼ਬਦ ਸੁਣਾਉਣਗੇ ਤਾਂ ਉਹਨਾਂ ਨੂੰ ਉਹਨਾਂ ਦੇ ਕੋਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਕਿਰਾਇਆ ਜਿਹੜਾ ਆ ਉਹ ਸਿੰਘ ਸਾਹਿਬ ਨਹੀਂ ਲੈਂਦੇ। ਸੋ ਅੱਗੇ ਗੱਲ ਕਰੀਏ ਤਾਂ ਆਓ ਆਪਣੇ ਪੰਜਾਬ ਨੂੰ ਕੈਨੇਡਾ ਬਣਾਈਏ। ਇਹ ਵੀ ਇੱਕ ਬੜਾ ਵਧੀਆ ਸੁਨੇਹਾ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬੱਚੇ ਜਿਹੜੇ ਆ ਉਹ ਬਾਹਰਲੇ ਮੁਲਕਾਂ ਨੂੰ ਜਾ ਰਹੇ ਆ ਲਗਾਤਾਰ। ਉੱਥੇ ਚਲੇ ਤਾਂ ਜਾਂਦੇ ਪਰ ਵਾਪਸ ਕੋਈ ਨਹੀਂ ਪਰਤਦਾ। ਸੋ ਚਾਹੀਦਾ ਕਿ ਇੱਥੋਂ ਦਾ ਮਾਹੌਲ ਇੰਨਾ ਸਾਜ਼ਗਾਰ ਹੋਵੇ। ਪੰਜਾਬ ਦੀ ਧਰਤੀ ਉਪਜਾਊ, ਇੱਥੋਂ ਦਾ ਮੌਸਮ ਬੜਾ ਵਧੀਆ ਅਤੇ ਇੱਥੋਂ ਦੀ ਧਰਤੀ ਇੰਨੀ ਉਪਜਾਊ ਕਿ ਜਿਹੜਾ ਵੀ ਬੀਜ ਇੱਥੇ ਸੁੱਟੀਏ ਉਹੀ ਹਰਿਆ ਹੋ ਜਾਂਦਾ। ਸੋ ਅਜਿਹੀ ਧਰਤੀ ਨੂੰ ਛੱਡ ਕੇ ਅਸੀਂ ਦੂਸਰੇ ਮੁਲਕਾਂ ਦੇ ਵਿੱਚ ਜਿਹੜਾ ਆ ਉਹ ਜਾ ਰਹੇ ਹਾਂ। ਉਸ ਚੀਜ਼ ਨੂੰ ਵੀ ਰੋਕਣ ਵਾਸਤੇ ਇੱਕ ਸੁਨੇਹਾ ਜਿਹੜਾ ਆ ਉਹ ਦਿੱਤਾ ਗਿਆ ਆ। ਸੋ ਤੁਸੀਂ ਜਿਹੜਾ ਆ ਉੱਪਰਲੇ ਪਾਸੇ ਵੀ ਦੇਖ ਸਕਦੇ ਹੋ ਕਿ ਇੱਧਰ ਸ਼ਹੀਦਾਂ ਦੀ ਯਾਦ ਦੇ ਵਿੱਚ ਆਓ ਗੁਰਸ਼ਬਦ ਦਾ ਲੰਗਰ ਵੰਡੀਏ ਅਤੇ ਛਕੀਏ। ਅਸੀਂ ਲੰਗਰ ਉੱਦਾਂ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਲੰਗਰ, ਪਕੌੜਿਆਂ ਦੇ, ਜਲੇਬਾਂ ਦੇ, ਕਈ ਤਰ੍ਹਾਂ ਦੇ ਲੰਗਰ ਅਸੀਂ ਲਗਾਉਂਦੇ ਹਾਂ ਅਤੇ ਸ਼ਬਦ ਦਾ ਲੰਗਰ ਜਿਹੜਾ ਆ ਉਹ ਹਮੇਸ਼ਾ ਜਿਹੜਾ ਆ ਉਹ ਗੁਰਸਿੱਖ ਨੂੰ ਜਿਹੜਾ ਆ ਲਾਉਣਾ ਚਾਹੀਦਾ। ਸੋ ਇੱਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ, ਬਸ एक ही हिंद में तीर्थ है यात्रा के लिए, कटाए बाप ने बच्चे जहाँ खुदा के लिए। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਭਰਪੂਰ ਸੁਨੇਹਾ ਜਿਹੜਾ ਉਹ ਦਿੰਦੀਆਂ ਨੇ। ਸਾਧ ਸੰਗਤ ਜੀ, ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਨਾ ਭੁੱਲ ਜਾਈਏ। ਸੋ ਇੱਥੇ ਇੱਕ ਜਿਹੜੀ ਕਿਤਾਬ ਆ ਉਹ ਵੀ ਪੂਰੀ ਦੀ ਪੂਰੀ ਕਿਤਾਬ ਜਿਹੜੀ ਇੱਥੇ ਮਿਰਜ਼ਾ ਅੱਲਾ ਯਾਰ ਖਾਂ ਯੋਗੀ ਦੀ ਲਿਖੀ ਹੋਈ ਜਿਹੜੀ ਆ ਅਤੇ ਉਸ ਦਾ ਉਲੱਥਾ ਜਿਹੜਾ ਕੀਤਾ ਹੈ ਨਰਵੈਰ ਸਿੰਘ ਅਰਸ਼ੀ ਹੋਰਾਂ ਨੇ, ਉਹ ਵੀ ਇੱਥੇ ਇਹਨਾਂ ਨੇ ਡਿਸਪਲੇ ਜਿਹੜੀ ਆ ਉਹ ਕੀਤੀ ਹੋਈ ਹੈ। ਸ਼ਹੀਦਾਂ ਨੂੰ ਪ੍ਰਣਾਮ, ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਉਸ ਦਾ ਦ੍ਰਿਸ਼ ਜਿਹੜਾ ਆ ਉਹ ਲਗਾਇਆ ਗਿਆ ਆ। ਅਤੇ ਇੱਧਰ ਥੱਲੇ ਇੱਕ ਕਾਂਡੀ ਦੇ ਵਿੱਚ ਸੀਮਟ ਇੱਕ ਬਾਟੇ ਦੇ ਵਿੱਚ ਜਿਹੜਾ ਪਿਆ ਆ ਅਤੇ ਇਹ ਕੁਝ ਇੱਟਾਂ ਜਿਹੜੀਆਂ ਉਹ ਰੱਖ ਕੇ ਅਤੇ ਇੱਥੇ ਨਿਸ਼ਾਨ ਸਾਹਿਬ ਦਾ ਇੱਕ ਦ੍ਰਿਸ਼। ਸੋ ਆਓ ਹੁਣ ਅਸੀਂ ਜਿਹੜੀ ਆ ਉਹ ਗੱਲਬਾਤ ਵੀ ਕਰਦੇ ਹਾਂ ਭਾਈ ਸੰਤੋਖ ਸਿੰਘ ਹੋਰਾਂ ਦੇ ਨਾਲ। ਭਾਈ ਸਾਹਿਬ ਜੀ, ਅਸੀਂ ਜਾਣਨਾ ਚਾਹਾਂਗੇ ਕਿ ਇਹ ਸਾਰਾ ਜਿਹੜਾ ਤੁਸੀਂ ਇੱਥੇ ਲਿਖਿਆ ਇਹਨਾਂ ਦੇ ਕੀ ਮਾਇਨੇ, ਜਿਵੇਂ ਮੈਂ ਤਾਂ ਆਪਣੇ ਸ਼ਬਦਾਂ ਦੇ ਵਿੱਚ ਮੋਟਾ ਸਮਝਾ ਦਿੱਤਾ ਆ, ਤੁਹਾਡੇ ਜ਼ਿਹਨ ਦੇ ਵਿੱਚ, ਤੁਹਾਡੇ ਮਾਈਂਡ ਦੇ ਵਿੱਚ ਕੀ ਅਜਿਹੀ ਚੀਜ਼ ਜਿਹੜੀ ਆਈ ਜਿਸ ਨੂੰ ਲੈ ਕੇ ਤੁਸੀਂ ਇਹ ਸਾਰਾ ਕੁਛ ਇਸ ਤਰੀਕੇ ਨਾਲ ਇੱਕ ਪ੍ਰਚਾਰ ਦਾ ਸਾਧਨ ਹੀ ਆਪਣੀ ਕਿਰਤ ਨੂੰ ਜਿਹੜਾ ਉਹ ਬਣਾ ਲਿਆ ਕਿ ਜਿੱਥੇ ਤੁਸੀਂ ਕਿਰਤ ਵੀ ਕਰਦੇ ਹੋ ਉਹਦੇ ਨਾਲ ਗੁਰੂ ਦੀ ਗੱਲ ਦੇ ਜਿਹੜੀ ਪ੍ਰਚਾਰ ਆ, ਗੁਰੂ ਨੇ ਜੋ ਸੁਨੇਹਾ ਦਿੱਤਾ ਆ, ਗੁਰਬਾਣੀ ਦਾ ਪ੍ਰਚਾਰ ਆ, ਜਾਂ ਬੱਚਿਆਂ ਨੂੰ ਬਹੁਤ ਕੁਝ ਜਿਹਾ ਸਿੱਖਣ ਨੂੰ ਮਿਲਦਾ। ਇਸ ਚੀਜ਼ ਨੂੰ ਦੇਖ ਕੇ ਬੱਚੇ, ਬਜ਼ੁਰਗ ਜਾਂ ਹੋਰ ਲੋਕ ਵੀ ਸਵਾਲ ਕਰਦੇ ਹੋਣਗੇ ਕਿ ਹਾਂ ਵਾਕਿਆ ਕਿਆ ਚੀਜ਼ ਹੈ ਜਿਹੜੀ ਇਹ ਤਿਆਰ ਕੀਤੀ ਗਈ ਆ, ਆਟੋ ਜਿਹੜਾ ਤਿਆਰ ਕੀਤਾ ਗਿਆ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਭਾਈ ਸਾਹਿਬ ਜੀ ਦਾ ਵੀ। ਸੋ ਮੈਂ ਇਹ ਆਟੋ ਜੋ ਤਿਆਰ ਕੀਤਾ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਤਿਆਰ ਹੋਇਆ ਜੀ, ਕਿਉਂਕਿ ਇਹਦੇ ਵਿੱਚ ਜਿਹੜੀ ਚੀਜ਼ਾਂ ਲਿਖੀਆਂ ਹਨ ਇਸ ਨੂੰ ਪੜ੍ਹ ਕੇ ਸਾਡੇ ਅੰਦਰ ਸਿੱਖੀ ਵਿੱਚ ਆਉਣ ਦਾ ਚਾਅ ਚੜ੍ਹਦਾ, ਜੀ, ਕਿਉਂਕਿ ਬਹੁਤ ਹੀ ਕੀਮਤੀ ਚੀਜ਼ਾਂ ਹਨ। ਜੀ, ਗੁਰਬਾਣੀ ਵੀ ਲਿਖੀ ਹੈ, ਇੱਕ ਇਤਿਹਾਸ ਦਾ ਇੱਕ ਜਿਗਰ ਵੀ ਹੈ, ਫੋਟੋਆਂ ਵੀ ਇਤਿਹਾਸ ਦੀਆਂ ਉਹ ਲਾਈਆਂ ਹਨ। ਜੀ, ਕਿਉਂਕਿ ਕਈਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਅਤੇ ਉਹ ਫੋਟੋਆਂ ਵੇਖ ਕੇ ਹੀ ਸਿੱਖੀ ਦਾ ਜਿਹੜਾ ਇਤਿਹਾਸ ਹੈ ਜੀ, ਉਹ ਚੇਤਾ ਆ ਜਾਂਦਾ ਉਹਨਾਂ ਨੂੰ। ਇਸ ਕਰਕੇ ਮੈਂ ਫੋਟੋਆਂ ਵੀ ਨਾਲ ਲਾਈਆਂ ਹਨ। ਜੀ, ਜੀ, ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਲੰਘਿਆ ਹੈ ਜੀ, ਉਸ ਦੇ ਸੰਬੰਧ ਵਿੱਚ ਮੈਂ ਇਹ ਗੱਡੀ ਤਿਆਰ ਕੀਤੀ ਹੈ। ਅੰਮ੍ਰਿਤਸਰ ਦੇ ਵਿੱਚ ਜਿਹੜਾ ਵੀ ਵੇਖਦਾ ਹੈ ਇਸ ਗੱਡੀ ਨੂੰ ਬਹੁਤ ਉਹਦੀ ਆਤਮਾ ਖੁਸ਼ ਹੁੰਦੀ ਹੈ ਅਤੇ ਜਿਹੜਾ ਬਹਿ ਜਾਂਦਾ ਗੱਡੀ ਦੇ ਅੰਦਰ ਅਤੇ ਉਹ ਸੋਚਦਾ ਹੈ ਜਿੱਦਾਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਬੈਠੇ ਹੋਏ ਗੁਰਬਾਣੀ ਸੁਣ ਰਹੇ ਹਾਂ, ਜਾਂ ਕਿਸੇ ਗੁਰੂ ਘਰ ਦੇ ਵਿੱਚ ਬੈਠੇ ਹੋਏ ਜਾਂ ਕੋਈ ਸਮਾਗਮ ਵਿੱਚ ਬੈਠੇ ਹੋਏ ਅਸੀਂ ਗੁਰਬਾਣੀ ਦਾ ਆਨੰਦ ਲੈ ਰਹੇ ਹਾਂ। ਉਸ ਨੂੰ ਇਹ ਮਹਿਸੂਸ ਹੁੰਦਾ ਹੈ
ਬੜੀ ਮਨ ਦੇ ਵਿੱਚ ਉਸ ਨੂੰ ਬੜੀ ਖੁਸ਼ੀ ਹੁੰਦੀ ਹੈ। ਸੋ ਮੈਨੂੰ ਵੀ ਉਹ ਬਹੁਤ ਹੀ ਧੰਨਵਾਦ ਕਰਦੇ ਹਨ। ਬਟ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਹੀ ਗੁਰੂ ਸਾਹਿਬਾਨ ਜਿਨ੍ਹਾਂ ਦੀ ਕਿਰਪਾ ਨਾਲ ਮੈਂ ਇਹ ਗੱਡੀ ਤਿਆਰ ਕੀਤੀ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਸਾਹਿਬਜ਼ਾਦਿਆਂ ਦਾ, ਮੈਂ ਆਹ ਚੀਜ਼ ਦੇਖ ਰਿਹਾ, ਆਪਾਂ ਪਹਿਲਾਂ ਵੀ ਕਾਫੀ 2-3 ਮਹੀਨੇ ਹੋ ਗਏ ਪਹਿਲਾਂ ਵੀ ਮਿਲੇ ਸੀਗੇ, ਪਰ ਆਹ ਚੀਜ਼ ਮੈਂ ਨਵੀਂ ਦੇਖੀ ਜਦੋਂ ਤੁਸੀਂ ਇਹ ਇੱਕ ਕਾਂਡੀ ਤੇ ਨਾਲ ਸੀਮੈਂਟ ਤੇ ਨਾਲ ਇੱਟਾਂ ਜਿਹੜੀਆਂ, ਇਹ ਕੀ ਦਰਸਾਉਣ ਦੀ ਤੁਸੀਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ? ਇਹ ਛੋਟੇ ਸਾਹਿਬਜ਼ਾਦਿਆਂ ਨੂੰ ਜਦ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਉਹਨਾਂ ਨੂੰ ਕੰਧਾਂ ਵਿੱਚ ਸ਼ਹੀਦ ਕੀਤਾ ਗਿਆ। ਸੋ ਉਹ ਚੀਜ਼ਾਂ ਸਾਨੂੰ ਉੱਥੇ ਜਾ ਕੇ ਹੀ ਵੇਖਣ ਨੂੰ ਮਿਲਦੀਆਂ ਹਨ। ਕਿੱਥੇ ਕੋਈ ਇਤਿਹਾਸ ਮੈਂ ਕੋਈ ਇੱਦਾਂ ਦੀ ਚੀਜ਼ ਮੈਂ ਵੇਖੀ ਨਹੀਂ, ਨਾ ਕੋਈ ਅਜਾਇਬ ਘਰ ਦੇ ਵਿੱਚ ਮੈਨੂੰ ਕੋਈ ਇਹ ਚੀਜ਼ ਵੇਖੀ ਹੈ, ਕਿਉਂਕਿ ਅਜਾਇਬ ਘਰ ਹੀ ਬਣੇ। ਬਟ ਉਹਦੇ ਵਿੱਚ ਵੀ ਇਹ ਚੀਜ਼ਾਂ ਇਤਿਹਾਸ ਦੀਆਂ ਜਿਹੜੀਆਂ ਇੱਕ ਇੱਟਾਂ ਤੇ ਕੈਂਡੀ ਇਹ ਚੀਜ਼ਾਂ ਜਿਹੜੀਆਂ ਨਾ ਵੇਖਣ ਨੂੰ ਮੈਨੂੰ ਨਹੀਂ ਮਿਲੀ। ਮੈਂ ਸੋਚਿਆ ਕੋਈ ਨਵੀਂ ਚੀਜ਼ ਇੱਕ ਬਣਾਈਏ ਤੇ ਆਪਾਂ ਉੱਥੇ ਜਾ ਕੇ ਸਰਹੰਦ ਵੇਖਦੇ ਹਾਂ। ਸੋ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਹੋਵੇ ਇਹ ਚੀਜ਼ ਦੇ। ਸੋ ਮੇਰਾ ਚਾਅ ਚੜਿਆ ਸੀ ਤੇ ਇੱਦਾਂ ਦੀ ਚੀਜ਼ ਇੱਕ ਬਣਾਈ ਜਾਵੇ ਤੇ ਸੰਗਤਾਂ ਦੇ ਵਿੱਚ ਮੈਸੇਜ ਇਸ ਚੀਜ਼ ਦਾ ਪਹੁੰਚਿਆ ਜਾ, ਗੁਰੂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਨੂੰ ਸਮਰਪਿਤ। ਸੋ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਇਹ ਚੀਜ਼ ਗੱਡੀ ਤਿਆਰ ਹੋਈ ਹੈ। ਸੰਗਤਾਂ ਨੂੰ ਵੀ ਬੜੀ ਖੁਸ਼ੀ ਹੋਈ ਹੈ। ਦਰਬਾਰ ਸਾਹਿਬ ਜਦ ਗੱਡੀ ਜਾਂਦੀ ਸੰਗਤਾਂ ਵੇਖ ਕੇ ਬਹੁਤ ਹੀ ਉਹਨਾਂ ਦਾ। ਇੱਕ ਚੀਜ਼ ਤੁਸੀਂ ਇਹਦੇ ਉੱਤੇ ਲਿਖੀ ਹੋਈ ਆ ਕਿ ਜਿਹੜੇ ਕੰਠ ਕੀਤਾ ਕੋਈ ਸ਼ਬਦ ਸੁਣਾਉਣਗੇ ਉਹਨਾਂ ਕੋਲ ਕਿਰਾਇਆ ਨਹੀਂ ਲਿਆ ਜਾਊਗਾ। ਹਾਂਜੀ, ਇਹ ਮੈਂ ਇਸ ਕਰਕੇ ਲਿਖਾਇਆ ਹੈ ਚੀਜ਼ ਕਿਉਂਕਿ ਕਈਆਂ ਕੋਲੋਂ ਮੈਂ ਪੁੱਛਦਾ ਵੱਡੇ ਵੱਡੇ ਸਿਆਣੇ ਜਿਹੜੇ ਹੈਗੇ ਜਿਨ੍ਹਾਂ ਦੀ ਬੜੇ ਉਮਰਦਾਰ ਵੀ ਹੈਗੇ, ਜਾਂ ਆਪਾਂ ਮਾਂ ਵਰਗੀ ਉਹਨਾਂ ਨੂੰ ਸਮਝ ਲਈਏ, ਜਾਂ ਕੋਈ ਬਜ਼ੁਰਗ ਪਿਓ ਵਰਗਾ ਸਮਝ ਲਈਏ, ਉਹਨਾਂ ਕੋਲੋਂ ਜਦ ਆਪਾਂ ਕੋਈ ਗੁਰਬਾਣੀ ਦੀ ਗੱਲ ਕਰੀਏ ਜਾਂ ਗੁਰਬਾਣੀ ਦਾ ਸ਼ਬਦ ਪੁੱਛੀਏ ਤੇ ਉਹ ਕਹਿੰਦੇ ਸਾਨੂੰ ਇਹ ਚੀਜ਼ ਨਾ ਪੁੱਛੋ ਸ਼ਬਦ ਦੇ ਬਾਰੇ ਜਾਂ ਗੁਰਬਾਣੀ ਦੇ ਬਾਰੇ, ਬਾਕੀ ਗੱਲਾਂ ਸਾਡੇ ਕੋਲ ਕਰਾ ਲਓ, ਅਸੀਂ ਤੁਹਾਨੂੰ ਦੱਸ ਦਿਆਂਗੇ। ਇਸ ਕਰਕੇ ਮੇਰਾ ਚਾਅ ਚੜਿਆ ਇੱਕ ਨਵੀਂ ਚੀਜ਼ ਸੰਗਤਾਂ ਤੱਕ ਜਾਵੇ ਤੇ ਸੰਗਤ ਗੁਰਬਾਣੀ ਵਾਲੇ ਪਾਸੇ ਆਉਣ, ਬੱਚੇ ਵੀ ਗੁਰਬਾਣੀ ਪਾਸੇ ਆਉਣ, ਬਜ਼ੁਰਗ ਵੀ ਆਉਣ, ਮਾਵਾਂ ਭੈਣਾਂ ਵੀ ਆਉਣ ਤੇ ਗੁਰਬਾਣੀ ਦਾ ਸ਼ਬਦ ਜਿਹੜਾ ਉਹ ਯਾਦ ਕਰੇ ਤੇ ਯਾਦ ਕਰਕੇ ਆਪਣੇ ਵਾਸਤੇ ਹੀ ਇੱਕ ਸੁਨੇਹਾ ਉਹਨਾਂ ਵਾਸਤੇ ਆਉਣਾ ਚਾਹੀਦਾ ਕਿ ਆਪ ਹੀ ਪੜ੍ਹੇ ਬਾਣੀ। ਤੇ ਮੈਨੂੰ ਵੀ ਚਾਅ ਚੜੇਗਾ ਕਿ ਮੈਂ ਉਹਨਾਂ ਕੋਲ ਇੱਕ ਸ਼ਬਦ ਸੁਣਿਆ ਹੈ ਤੇ ਮੈਨੂੰ ਵੀ ਖੁਸ਼ੀ ਹੋਵੇਗੀ ਕਿ ਗੁਰੂ ਪਾਸੇ ਉਹ ਲੱਗ ਗਏ ਹਨ। ਸੋ ਇਹ ਮੈਂ ਇਸ ਕਰਕੇ ਲਿਖਾਇਆ ਹੈ ਕਿ ਲੋਕਾਂ ਦਾ ਚਾਅ ਚੜੇ ਗੁਰਬਾਣੀ ਵਾਲੇ ਪਾਸੇ, ਗੁਰਬਾਣੀ ਦੇ ਲੜ ਵਿੱਚ ਆਉਣ। ਸੋ ਮੈਂ ਉਹਨਾਂ ਕੋਲ ਸ਼ਬਦ ਜਿਹੜਾ ਮੈਨੂੰ ਸੁਣਾਉਂਦਾ ਹੈ ਜਾਂ ਕੋਈ ਬੱਚਾ ਜਾਂ ਕੋਈ ਬਜ਼ੁਰਗ ਜਾਂ ਕੋਈ ਮਾਂ ਭੈਣ, ਮੈਂ ਉਹਨਾਂ ਕੋਲੋਂ ਕਿਰਾਇਆ ਨਹੀਂ ਲੈਂਦਾ। ਅਤੇ ਦੂਜੀ ਗੱਲ ਜਿਹੜੀ ਮੈਂ ਇਸ ਵਿੱਚ ਲਿਖਾਈ ਹੈ, ਉਤਲੇ ਪਾਸੇ ਮਾਵਾਂ ਭੈਣਾਂ ਦੇ ਸਿਰ 'ਤੇ ਚੁੰਨੀ ਫੱਬਦੀ ਹੈ, ਸਿਰ ਢੱਕ ਕੇ ਰੱਖੋ। ਕਿਉਂਕਿ ਅੱਜ ਕੱਲ੍ਹ ਵੇਖੋ ਆਪਾਂ ਵੇਖਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਵੀ ਛਕਿਆ, ਸੋ ਉਹ ਭੈਣ ਵੀਰ ਜਾਂ ਬਜ਼ੁਰਗ ਭੈਣਾਂ ਮਾਵਾਂ ਜਿਹੜੀਆਂ ਉਹ ਸਿਰ ਦੇ ਉੱਤੇ ਚੁੰਨੀ ਉਹਨਾਂ ਦੀ ਨਹੀਂ ਹੁੰਦੀ ਹੈ। ਅਤੇ ਹੋਰ ਧਰਮਾਂ ਵਿੱਚ ਆਪਾਂ ਜਾਈਏ, ਆਪਾਂ ਇੱਕ ਦੇਖ ਲਈਏ ਮੁਸਲਮਾਨ ਧਰਮ ਹੈ, ਜਿਸ ਦੇ ਵੇਖੋ ਇੱਕ ਬੱਚੀ ਨਿੱਕੇ ਤੋਂ ਲੈ ਕੇ ਬੁਢਾਪੇ ਤੱਕ ਉਹਨਾਂ ਦਾ ਸਿਰ ਢੱਕਿਆ ਹੁੰਦਾ ਮਾਵਾਂ ਭੈਣਾਂ ਦਾ। ਸੋ ਸਾਡੇ ਵਿੱਚ ਇਹ ਚੀਜ਼ਾਂ ਬਹੁਤ ਹੀ ਘੱਟ ਵੇਖਣ ਨੂੰ ਮਿਲਦੀਆਂ। ਇਸ ਕਰਕੇ ਮੈਂ ਇਹ ਗੱਲ ਲਿਖਾਈ ਕਿ ਮਾਵਾਂ ਭੈਣਾਂ ਜਿਹੜੀਆਂ ਸਿਰ ਨੂੰ ਢੱਕ ਕੇ ਰੱਖਣ। ਜੇਕਰ ਆਪਾਂ ਆਪਣਾ ਛਕਿਆ ਹੈ, ਨਹੀਂ ਵੀ ਛਕਿਆ, ਸਿਰ ਨੂੰ ਢੱਕਣ ਦੀ ਇੱਕ ਮਰਿਆਦਾ ਸਾਡੇ ਧਰਮ ਵਿੱਚ ਹੈਗੀ। ਇੱਕ ਮੈਂ ਦੇਖ ਰਿਹਾ ਕਿ ਇੱਕ ਛੋਟਾ ਬੱਚਾ ਇੱਕ ਸਿੰਘ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਬਣਾਇਆ ਤੇ ਉਹਦੇ ਅੱਗੇ ਤੁਸੀਂ ਕਾਫੀ ਚੀਜ਼ਾਂ ਚਾਕਲੇਟ, ਫਰੂਟੀ ਜਾਂ ਹੋਰ ਚੀਜ਼ਾਂ ਜਿਹੜੀਆਂ ਰੱਖੀਆਂ ਗਈਆਂ, ਇਹ ਕੀ ਦਰਸਾਉਣ ਦੀ ਜਿਹੜੀ ਕੋਸ਼ਿਸ਼ ਤੁਸੀਂ ਕੀਤੀ ਹੈ ਜੀ? ਇਹ ਦਰਸਾਉਣ ਦੀ ਇਸ ਕਰਕੇ ਮੈਂ ਚੀਜ਼ ਜਿਹੜੀ ਰੱਖੀਆਂ ਹਨ ਇਹ ਕਿਉਂਕਿ ਦੇਖੋ ਜਿਹੜਾ ਗੁਰੂ ਦਾ ਸਿੱਖ ਹੈ ਅਤੇ ਸਿੱਖ ਦਾ ਜਿਹੜਾ ਬੱਚਾ ਹੈ ਉਸ ਨੂੰ ਕਦੀ ਵੀ ਦੇਖੋ ਕੋਈ ਖਾਣ ਚੀਜ਼ ਦੀ ਕਦੀ ਸਾਡੇ ਧਰਮ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ। ਅਤੇ ਦੂਜੀ ਗੱਲ ਜਿਹੜੀ ਚੀਜ਼ਾਂ ਇੱਕ ਰੱਖੀਆਂ ਹਨ ਇਹ ਇੱਕ ਖਾਣ ਦੀ ਵਧੀਆ ਚੀਜ਼ਾਂ ਹਨ। ਸੋ ਇਹਦੇ ਵਿੱਚ ਵੀ ਮੈਸੇਜ ਬੱਚਿਆਂ ਨੂੰ ਵੇਖ ਕੇ ਆਉਂਦਾ, ਬੱਚੇ ਲੱਗੇ ਆ ਕੇ ਵੇਖਦੇ ਹਨ, ਪੁੱਛਦੇ ਹਨ ਕਿ ਇਹ ਚੀਜ਼ਾਂ ਜਿਹੜੀਆਂ ਖਾਣ ਵਾਸਤੇ ਰੱਖੀਆਂ ਹਨ ਬੱਚੇ ਵਾਸਤੇ ਇਹ ਕਿਉਂ ਰੱਖਿਆ। ਮੈਂ ਉਹਨਾਂ ਨੂੰ ਕਹਿੰਦਾ ਕਿ ਵੇਖੋ ਇੱਕ ਸਿੱਖ ਦਾ ਬੱਚਾ ਹੈ ਅਤੇ ਸਿੱਖ ਦੇ ਬੱਚੇ ਨੂੰ ਕਦੀ ਵੀ ਕੋਈ ਖਾਣ ਪੀਣ ਦੀ ਕਮੀ ਦੀ ਮਹਿਸੂਸ ਨਹੀਂ ਹੋਈ ਹੈ। ਇਹ ਸਾਡੇ ਧਰਮ ਵਿੱਚ ਵੀ ਸ਼ੁਰੂ ਤੋਂ ਕੁਝ ਸੁਨੇਹੇ ਜਿਹੜੇ ਉਹ ਵੀ ਲਿਖੇ ਗਏ, ਡੈਡੀ ਜੀ ਸਕੂਲ ਚੱਲੀਏ, ਮੰਮੀ ਜੀ ਗੁਰੂ ਘਰ ਚੱਲੀਏ, ਅਤੇ ਦੂਸਰੇ ਪਾਸੇ ਲਿਖਿਆ ਗਿਆ ਦਾਦੀ ਜੀ ਘੁੰਮਣ ਚੱਲੀਏ। ਸੋ ਇਹ ਚੀਜ਼ਾਂ ਦਾ ਜਿਹੜਾ ਆ ਇਹ ਵੀ ਤੁਸੀਂ ਨਾਲ ਦਰਸਾਈਆਂ ਨੇ। ਹਾਂ, ਇਹ ਚੀਜ਼ ਜੀ ਮੈਂ ਜਿਹੜੀ ਲਿਖਾਈ ਹੈ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿਉਂਕਿ ਅੱਜ ਦੀਆਂ ਵੇਖੋ ਜਿਹੜੀਆਂ ਮਾਵਾਂ ਹੈਗੀਆਂ ਉਹਨਾਂ ਦਾ ਪਹਿਲਾ ਫਰਜ਼ ਹੈ ਅਤੇ ਬੱਚੇ ਨੂੰ ਗੁਰੂ ਘਰ ਲਿਆਉਣਾ। ਸਕੂਲ ਬਾਅਦ ਵੀ ਜਾਣਾ, ਉੱਠਦਾ ਬੱਚਾ ਤਿਆਰ ਹੁੰਦਾ, ਤਿਆਰ ਹੋ ਕੇ
ਫਿਰ ਉਹ ਮਾਂ ਕੋਲ ਆਉਂਦਾ, ਮਾਂ ਕੋਲ ਖਾਣ ਪੀਣ ਦਾ ਜੋ ਵੀ ਨਾਸ਼ਤਾ ਪ੍ਰਸ਼ਾਦਾ ਪਾਣੀ ਛਕਦਾ। ਬਟ ਜਿਹੜੀ ਸਕੂਲ ਜਾਣ ਦੀ ਗੱਲ ਹੈਗੀ ਉਹ ਤੇ ਚਲੋ ਡੈਡੀ ਵੀ ਛਡਾਊਗਾ ਜਾਂ ਹੋਰ ਪਰਿਵਾਰ ਦਾ ਜੀ ਛਡਾਊ ਜਾਂ ਮਾਂ ਛਡਾਏਗੀ, ਪਰ ਜਿਹੜਾ ਗੁਰੂ ਘਰ ਲੈ ਜਾਣ ਦਾ ਹੈ ਉਹ ਇੱਕ ਮਾਂ ਦਾ ਪਹਿਲਾ ਫਰਜ਼ ਹੈ। ਜੇਕਰ ਮਾਂ ਨਹੀਂ ਲੈ ਕੇ ਜਾਊਗੀ ਤੇ ਦਾਦੀ, ਚਲੋ ਦਾਦੀ ਬਜ਼ੁਰਗ ਹੈਗੀ, ਜਾਂ ਡੈਡੀ ਨੇ ਉਹਨਾਂ ਨੇ ਇੱਕ ਦਫ਼ਤਰ ਜਾਣਾ ਹੁੰਦਾ ਜਾਂ ਹੋਰ ਵੀ ਕੰਮ ਕਾਜ ਬੜੇ ਹੁੰਦੇ, ਸੋ ਉਹ ਚਲੋ ਬਾਅਦ ਦੀ ਗੱਲ। ਬਟ ਸਭ ਤੋਂ ਪਹਿਲਾਂ ਜਿਹੜਾ ਫਰਜ਼ ਹੈ ਉਹ ਮਾਂ ਦਾ ਹੈ ਕਿ ਬੱਚੇ ਨੂੰ ਗੁਰੂ ਘਰ ਲੈ ਕੇ ਜਾਈਏ, ਗੁਰੂ ਘਰ ਦਰਸ਼ਨ ਕਰਾਈਏ, ਜਾ ਕੇ ਉੱਥੇ ਗੁਰੂ ਘਰ ਬਹਿ ਕੇ ਬਾਣੀ ਸੁਣੀਏ ਜਾਂ ਹੋਰ ਕੋਈ ਗੁਰਮਤਿ ਦੀ ਗੱਲ ਸਾਨੂੰ ਬੱਚੇ ਨੂੰ ਸੁਣਨ ਵਾਸਤੇ ਮਿਲੇ। ਸੋ ਬੱਚੇ ਨੂੰ ਪਹਿਲਾ ਫਰਜ਼ ਜਿਹੜਾ ਹੈ ਮਾਂ ਦਾ ਹੀ ਹੈ ਕਿ ਗੁਰੂ ਘਰ ਲੈ ਕੇ ਜਾਣਾ। ਸੋ ਇਤਿਹਾਸ ਜਿਹੜਾ ਹੈ, ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ ਸੰਗਤ ਜੀ। ਤੇ ਸਿੰਘ ਸਾਹਿਬ ਜੀ, ਜਿਵੇਂ ਤੁਸੀਂ ਇਹ ਇੱਕ ਕਿਤਾਬ ਜਿਹੜੀ ਆ ਉਹ ਵੀ ਇੱਥੇ ਰੱਖੀ ਹੈ, ਕਿ ਇਹ ਵੀ ਇਹੀ ਚੀਜ਼ ਦਾ ਸੁਨੇਹਾ ਦਿੰਦੀ ਹੈ ਕਿ ਕਿਤਾਬਾਂ ਵੱਧ ਤੋਂ ਵੱਧ ਪੜ੍ਹੀਆਂ ਜਾਣ, ਆਪਣੇ ਧਰਮ ਦਾ ਗਿਆਨ ਜਿਹੜਾ ਉਹ ਪ੍ਰਾਪਤ ਕੀਤਾ ਜਾਵੇ? ਹਾਂਜੀ, ਇਸ ਕਿਤਾਬ ਵਿੱਚ ਵੀ ਬੜਾ ਇਤਿਹਾਸ ਅੱਲਾ ਯਾਰ ਖਾਨ ਜੋਗੀ ਦੀ ਲਿਖੀ ਹੋਈ ਹੈ। ਇਸ ਦੇ ਵਿੱਚ ਵੀ ਬੜੀ ਇੰਪੋਰਟੈਂਟ ਗੱਲਾਂ ਹੈਗੀਆਂ। ਆਪਾਂ ਇੱਕ ਹਿੰਦ ਮੈਂ ਤੀਰਥ ਯਾਤਰਾ ਕੇ ਲਈ ਹੋਰ ਵੀ ਚੀਜ਼ਾਂ ਜਿਹੜੀਆਂ ਆਪਾਂ ਇਤਿਹਾਸ ਵੀ ਸਾਨੂੰ ਸੁਣਨ ਨੂੰ ਮਿਲਦੀਆਂ ਹੈਗੇ, ਪ੍ਰਮਾਣ ਮਿਲਦੇ ਆ ਸੁਣਨ ਨੂੰ। ਇਹ ਅੱਲਾ ਯਾਰ ਖਾਨ ਜੋਗੀ ਦੀ ਕਿਤਾਬ ਦੇ ਵਿੱਚੋਂ ਹੀ ਜਿਹੜੇ ਵੱਡੇ ਕਥਾਵਾਚਕ ਹਨ ਜਾਂ ਵਿਦਵਾਨ ਹੈਗੇ, ਉਹ ਇਸ ਕਿਤਾਬ ਨੂੰ ਪੜ੍ਹ ਕੇ ਪ੍ਰਮਾਣ ਜਿਹੜੇ ਸੰਗਤਾਂ ਨੂੰ ਸੁਣਾਉਂਦੇ ਹਨ। ਸੋ ਇਸ ਕਿਤਾਬ ਵਿੱਚ ਬਹੁਤ ਹੀ ਇੱਕ ਡੂੰਘਾਈ ਦਾ ਇਤਿਹਾਸ ਜਿਹੜਾ ਹੈ ਅੱਲਾ ਯਾਰ ਖਾਨ ਜੋਗੀ ਨੇ ਆਪਣੀ ਕਲਮ ਨਾਲ ਲਿਖਿਆ। ਜਦ ਆਪਾਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਸਾਨੂੰ ਉਹ ਚਾਅ ਚੜ੍ਹਦਾ ਹੈ ਅਤੇ ਗੁਰੂ ਸਾਹਿਬਾਨ ਦਾ ਜਿਹੜਾ ਬੱਚਿਆਂ ਦਾ ਇਤਿਹਾਸ ਹੈ, ਸ਼ਹੀਦਾਂ ਦਾ ਇਤਿਹਾਸ ਹੈ, ਉਹ ਇਸ ਕਿਤਾਬ ਵੀ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਜੀ ਜੀ, ਬਿਲਕੁਲ ਸੰਗਤ ਜੀ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਢਾਲ ਅਤੇ ਨਾਲ ਉਹਦੇ ਦੋ ਕਿਰਪਾਨਾਂ ਜਿਹੜੀਆਂ ਆ ਉਹ ਵੀ ਇੱਥੇ ਲਗਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤੇ ਸਿੰਘ ਸਾਹਿਬ ਜੀ, ਜਿਵੇਂ ਕੈਮਰਾ CCTV ਕੈਮਰਾ ਵੀ ਲਗਾਇਆ ਹੋਇਆ ਤੁਸੀਂ ਨਾਲ, ਤੇ ਨਾਲ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਵੇਂ ਜਿਹੜੀ ਦੀਵਾਰ ਆ ਉਹ ਬਣਾਈ ਜਾ ਰਹੀ ਆ, ਜਿਹੜੀ ਇਹ ਸਾਰਾ ਸਾਹਿਬਜ਼ਾਦਿਆਂ ਨੂੰ ਸਮਰਪਿਤ ਜਿਹੜਾ ਆ ਉਹ ਤੁਸੀਂ ਸ਼ਹੀਦੀ ਹਫ਼ਤਾ ਜਿਹੜਾ ਲੰਘ ਕੇ ਗਿਆ ਆ ਉਸ ਨੂੰ ਸਮਰਪਿਤ ਸਾਰਾ ਕੁਝ ਜਿਹੜਾ ਹੈ ਕੀਤਾ। ਤੇ CCTV ਕੈਮਰਾ ਵੀ ਲਗਾਇਆ, ਇੱਕ ਕੈਮਰਾ ਮੈਂ ਇੱਥੇ ਦੇਖਿਆ, ਇੱਕ ਮੈਨੂੰ ਲੱਗਦਾ ਅੰਦਰਲੇ ਪਾਸੇ ਵੀ ਲਗਾਇਆ ਹੈ। ਹਾਂਜੀ, ਇੱਕ ਕੈਮਰਾ ਅੰਦਰ ਵੀ ਲੱਗਾ ਤੇ ਇੱਕ ਬਾਹਰ ਲੱਗਾ, ਬਾਹਰ ਵੱਡਾ ਲੱਗਾ, ਅੰਦਰ ਨਿੱਕਾ ਕੈਮਰਾ ਲੱਗਾ। ਸੋ ਇਹ ਉਹਨਾਂ ਵਾਸਤੇ ਲਾਇਆ ਗਿਆ ਜਿਹੜੇ ਗੱਡੀ ਨੂੰ ਛੇੜਛਾੜ ਜਾਂ ਕੋਈ ਗਲਤ ਭਾਵਨਾ ਨਾਲ ਆਉਂਦੇ ਗੱਡੀ ਦੇ ਕੋਲ, ਜਾਂ ਆਪਾਂ ਉਹਨੂੰ ਚੋਰੀ ਸਮਝ ਲਈਏ, ਉਹਨਾਂ ਨੂੰ ਡਰਾਉਣ ਵਾਸਤੇ ਇਹ ਕੈਮਰੇ ਮੈਂ ਜਿਹੜੇ ਗੱਡੀ ਵਿੱਚ ਲਾਏ ਹੈ। ਬਿਲਕੁਲ। ਤੇ ਇਹ ਪਾਣੀ ਵਾਲਾ ਇੱਕ ਵਾਟਰ ਕੂਲਰ ਜਿਹੜਾ ਰੈਬਰ ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ ਤੁਸੀਂ ਇੱਥੇ ਲਗਾਇਆ ਹੋਇਆ ਇੱਕ ਸਾਈਡ ਦੇ ਉੱਤੇ? ਇਹ ਜੀ ਸੰਗਤਾਂ ਦੀ ਸੇਵਾ ਵਾਸਤੇ ਲਾਇਆ। ਠੰਡਾ ਪਾਣੀ ਇਸ ਵਿੱਚ ਗਰਮੀਆਂ ਵਿੱਚ ਮੈਂ ਭਰਦਾ ਸੀ, ਸੋ ਹੁਣ ਠੰਡਾ ਮੌਸਮ ਹੈ, ਇਸ ਟਾਈਮ ਪਾਣੀ ਬਹੁਤ ਹੀ ਘੱਟ ਸੰਗਤ ਛਕਦੀ ਹੈ, ਸੋ ਸੰਗਤਾਂ ਦੀ ਸੇਵਾ ਵਾਸਤੇ ਮੈਂ ਪਾਣੀ ਦਾ ਇਹ ਠੰਡਾ ਜਿਹੜਾ ਵਾਟਰ ਕੂਲਰ ਲਾਇਆ। ਜੀ ਬਿਲਕੁਲ। ਮੈਂ ਚਾਹੂੰਗਾ ਕਿ ਅਸੀਂ ਗੱਡੀ ਜਿਹੜੀ ਆ ਉਹ ਚਾਰੇ ਪਾਸਿਓਂ ਦਿਖਾਈ ਆ, ਪਹਿਲਾਂ ਵੀ ਅੱਗੋਂ ਵੀ ਗੱਡੀ ਜਿਹੜੀ ਆ ਉਹ ਦਿਖਾਈ ਆ। ਤੇ ਇਹ ਆਓ ਸ਼ਹੀਦਾਂ ਦੀ ਯਾਦ ਦੇ ਵਿੱਚ ਸਿੱਖੀ ਸਰੂਪ ਵਾਲੇ ਬਣੀਏ ਜੀ। ਵਾਕਿਆ ਇਹ ਗੱਲ ਵੀ ਵਾਕਿਆ ਤੁਹਾਡੀ ਦਰੁਸਤ ਆ ਕਿ ਅੱਜ ਪਤਿਤ ਹੋ ਰਹੇ ਆ ਬੱਚੇ ਜਿਹੜੇ ਆ ਉਹ, ਜਾਂ ਕਹਿ ਲਈਏ ਵੱਡੇ ਵੀ ਜਿਹੜੇ ਆ, ਉਹਨਾਂ 'ਚੋਂ ਵੀ ਬਹੁਤ ਸਾਰੇ ਲੋਕ ਦਸਤਾਰ ਤਾਂ ਸਜਾਉਂਦੇ ਆ ਪਰ ਦਾੜਾ ਜਿਹੜਾ ਆ ਕੇਸ ਜਿਹੜੇ ਆ ਉਹ ਨਹੀਂ ਹੈਗੇ। ਤੇ ਜਾਂ ਕੁਝ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਕੁਝ ਖਾਸ ਮੌਕਿਆਂ 'ਤੇ ਹੀ ਦਸਤਾਰਾਂ ਬੰਨ੍ਹਦੇ, ਉੱਦਾਂ ਉਹਨਾਂ ਨੇ ਕੇਸ ਵੀ ਕਤਲ ਕਰਵਾਏ ਹੋਏ ਆ। ਹਾਂਜੀ, ਮੈਨੂੰ ਬਹੁਤ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ, ਇਸ ਕਰਕੇ ਮੈਂ ਇਹ ਗੱਲ ਜਿਹੜੀ ਲਿਖਾਈ ਗੱਡੀ ਦੇ ਵਿੱਚ, ਕਿਉਂਕਿ ਸਿੱਖੀ ਸਰੂਪ ਵਿੱਚ ਵੇਖੋ ਆਉਣਾ ਇੱਕ ਬੜੀ ਮਿਹਨਤ ਦੀ ਗੱਲ ਹੈ। ਜਿਹੜੇ ਹੈਗੇ ਸਿੱਖੀ ਸਰੂਪ ਵਿੱਚ ਸਾਨੂੰ ਵੇਖਦੇ ਹਨ, ਮੈਨੂੰ ਬੜਾ ਚਾਅ ਚੜ੍ਹਦਾ, ਮੈਨੂੰ ਬੜੀ ਖੁਸ਼ੀ ਹੁੰਦੀ ਜਿਹੜੇ ਗੁਰਮੁਖ ਪਿਆਰੇ ਮੈਨੂੰ ਮਿਲਦੇ ਹਨ। ਅਤੇ ਜਿਹੜੇ ਪਤਿਤ ਹੋ ਚੁੱਕੇ ਹਨ ਅਤੇ ਉਹ ਮਾਪੇ ਜਿਹੜੇ ਆ ਸਿੱਖੀ ਸਰੂਪ ਵਿੱਚ ਹਨ, ਬਟ ਉਹਨਾਂ ਦੇ ਬੱਚੇ ਜਿਹੜੇ ਆ ਇੱਕ ਪਤਿਤ ਹੈਗੇ, ਅਤੇ ਉਹ ਚੀਜ਼ਾਂ ਵੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਮਾਪੇ ਜਿਹੜੇ ਹਨ ਇੱਕ ਚਿੱਟਾ ਦਾੜਾ ਅਤੇ ਬੱਚੇ ਉਹਨਾਂ ਦੇ ਕੇਸ ਉਹਨਾਂ ਦੇ ਕਤਲ ਹਨ ਬੱਚਿਆਂ ਦੇ। ਸੋ ਇਹ ਚੀਜ਼ ਵੇਖ ਕੇ ਮੈਨੂੰ ਬੜਾ ਦੁੱਖ ਵੀ ਹੁੰਦਾ ਹੈ ਕਿ ਸਾਡੇ ਵੇਖੋ ਜਿਨ੍ਹਾਂ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਹਨ, ਇਤਿਹਾਸ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਵਿਦਵਾਨਾਂ ਕੋਲੋਂ, ਸੋ ਬੜਾ ਮਨ ਦੇ ਵਿੱਚ ਇੱਕ ਦੁੱਖ ਹੁੰਦਾ ਹੈ ਕਿ ਵੇਖੋ ਸਾਡੀ ਅੱਜ ਕੌਮ ਵਿੱਚੋਂ ਜਿਹੜੇ ਸਾਡੇ ਭਰਾ ਹਨ ਉਹ ਕਿਹੜੇ ਪਾਸੇ ਲੱਗ ਗਏ ਹਨ ਅਤੇ ਕਿਹੜੇ ਕੰਮਾਂ ਵਿੱਚ ਤੁਰ ਪਏ ਹਨ, ਜਾਂ ਉਹਨਾਂ ਵਿੱਚ ਇਹ ਵੇਖ ਲਈਏ ਕਿ ਮਾਇਆ ਕਰਕੇ ਹੈ, ਸਾਡੇ ਕੋਲ ਬਹੁਤ ਜ਼ਿਆਦਾ ਮਾਇਆ ਦੀ ਨੀਂਦ ਵੀ ਸੌਣ ਕਰਕੇ, ਸੁੱਤੇ ਹੋਣ ਕਰਕੇ ਅਸੀਂ ਇਤਿਹਾਸ ਜਿਹੜਾ ਹੈ ਉਹ ਭੁੱਲ ਗਏ ਆ ਅਤੇ ਪਤਿਤ ਹੋ ਗਏ ਹਨ। ਸਿੰਘ ਸਾਹਿਬ ਜੀ, ਜਿਵੇਂ
ਤੁਸੀਂ ਸਾਰਾ ਆਟੋ ਜਿਹੜਾ ਇਸ ਤਰੀਕੇ ਨਾਲ ਬਣਾਇਆ ਆ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਇਹ ਚੀਜ਼ ਵੇਖ ਕੇ ਜਿਹੜਾ ਆ ਬੜਾ ਚਾਅ ਵੀ ਚੜ੍ਹਦਾ ਹੋਏਗਾ। ਕੁਝ ਕੁਝ ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਵੇਖ ਕੇ ਕਹਿੰਦੇ ਹੋਣਗੇ ਕਿ ਆ ਕੀ ਕੀਤਾ ਹੋਇਆ ਆ। ਇਸ ਤਰ੍ਹਾਂ ਦੇ ਲੋਕ ਵੀ ਮਿਲਦੇ ਆ ਜਾਂਦੇ ਆਉਂਦੇ ਰਸਤਿਆਂ 'ਚ। ਹਾਂਜੀ ਹਾਂਜੀ, ਕਈ ਇੱਦਾਂ ਦੇ ਲੋਕ ਜਿਹੜੇ ਜ਼ਿਆਦਾਤਰ ਆਪਣੇ ਮਿਲਦੇ ਹਨ, ਉਹ ਮਖੌਲ ਵੀ ਕਰਦੇ ਹਨ, ਬਟ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦਾ, ਨਾ ਮੈਂ ਸ਼ੁਰੂ ਤੋਂ ਕੀਤੀ ਹੈ। ਕਿਉਂਕਿ ਲੋਕ ਕਹਿੰਦੇ ਆ ਨਾ ਕਿ ਗਲੀ ਵਿੱਚੋਂ ਲੰਘਦੇ ਜਾਓ, ਜੇਕਰ ਕੋਈ ਕੁੱਤਾ ਭੌਂਕ ਰਿਹਾ ਹੈ ਤੇ ਆਪਾਂ ਉਸ ਪਾਸੇ ਧਿਆਨ ਨਾ ਦਈਏ, ਆਪਾਂ ਆਰਾਮ ਨਾਲ ਲੰਘਦੇ ਜਾਈਏ, ਉਹਨੇ ਭੌਂਕ ਭੌਂਕ ਕੇ ਆਪ ਹੀ ਚੁੱਪ ਹੋ ਜਾਣਾ। ਸੋ ਕਈ ਲੋਕ ਜਿਹੜੇ ਖੁਸ਼ ਵੀ ਹੋਏ ਹਨ, ਗੱਡੀ ਨੂੰ ਬਹੁਤ ਜ਼ਿਆਦਾ ਲੋਕੀ ਜ਼ਿਆਦਾ ਖੁਸ਼ੀ ਹੋਏ ਨੇ, ਤੇ ਬਹੁਤ ਘੱਟ ਹੀ ਇੱਕ ਅੱਧਾ ਜਿਹੜਾ ਹੈ ਬੰਦਾ ਉਹ ਗੱਡੀ ਨੂੰ ਵੇਖ ਕੇ ਉਹਨੇ ਮੈਨੂੰ ਇਹ ਵੀ ਕਿਹਾ ਕਿ ਗੱਡੀ ਵਿੱਚ ਬੜਾ ਪੈਸਾ ਲਾ ਲਿਆ, ਬਹੁਤ ਇਹ ਕੰਮ ਇਹ ਜਿਹੜਾ ਕੰਮ ਕੀਤਾ ਇਸ ਵਿੱਚ ਕੋਈ ਫਾਇਦਾ ਨਹੀਂ ਹੈ। ਮੈਨੂੰ ਦੁੱਖ ਬਹੁਤ ਲੱਗਿਆ ਇਹ ਗੱਲ ਸੁਣ ਕੇ ਕਿ ਵੇਖੋ ਇੱਕ ਸਿੱਖ ਜਿਹਨੇ ਪੱਗ ਸਜਾਈ ਹੋਵੇ ਅਤੇ ਦਾੜਾ ਖੁੱਲਾ ਬਣਿਆ ਹੋਵੇ, ਸ੍ਰੀ ਸਾਹਿਬ ਪਾਈ ਹੋਵੇ, ਅਤੇ ਉਹ ਇਸ ਗੱਡੀ ਨੂੰ ਵੇਖ ਕੇ ਖੁਸ਼ ਨਾ ਹੋਵੇ। ਅਤੇ ਇੱਕ ਕਿਸਮ ਦਾ ਉਹਦੇ ਅੰਦਰ ਇੱਕ ਆਪਾਂ ਸਾੜਾ ਹੀ ਕਰ ਲਈਏ ਕਿ ਜਾਂ ਮੈਨੂੰ ਵੇਖ ਕੇ ਉਹ ਬੰਦਾ ਸੜ ਰਿਹਾ ਹੈ ਜਾਂ ਗੱਡੀ ਵੇਖ ਕੇ ਸੜ ਰਿਹਾ, ਕਿਉਂਕਿ ਉਹ ਬੰਦੇ ਨੇ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ, ਕਿਉਂਕਿ ਉਹਨਾਂ ਦੇ ਅੰਦਰ ਚਾਹ ਨਹੀਂ ਹੈ। ਜੇਕਰ ਚਾਹ ਬਾਣੀ ਵਾਲੇ ਪਾਸੇ ਹੋਵੇ ਜਾਂ ਇਤਿਹਾਸ ਉਹਨਾਂ ਨੇ ਪੜ੍ਹਿਆ ਹੋਵੇ ਤਾਂ ਉਹ ਇਹ ਗੱਡੀ ਨੂੰ ਵੇਖ ਕੇ ਖੁਸ਼ ਹੋਣ। ਬਿਲਕੁਲ, ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰ ਦਾ ਜਿਹੜਾ ਉਹ ਸਾਧਨ ਆ, ਬੜਾ ਅੱਛਾ ਸਾਧਨ ਆ ਪ੍ਰਚਾਰ ਦਾ। ਚੱਲਦਿਆਂ ਤੁਸੀਂ ਆਪਣੀ ਕਿਰਤ ਦੇ ਨਾਲ ਦਾ, ਮੈਂ ਚਾਹੂੰਗਾ ਕਿ ਅਸੀਂ ਅੰਦਰੋਂ ਵੀ ਜਿਹੜਾ ਆ ਉਹ ਗੱਡੀ ਨੂੰ ਦੇਖੀਏ ਕਿ ਕਿਵੇਂ ਅੰਦਰੋਂ ਗੱਡੀ ਜਿਹੜੀ ਆ ਉਹ ਤੁਸੀਂ ਬਣਾਈ ਹੋਈ ਆ, ਅਤੇ ਕਿਵੇਂ ਜਿਹੜਾ ਇਸ ਨੂੰ ਅੰਦਰੋਂ ਵੀ ਜਿਹੜਾ ਆ ਉਹ ਸ਼ਿੰਗਾਰਿਆ ਹੋਇਆ ਆ। ਸੋ ਅੰਦਰ ਵੀ ਚੱਲਦੇ ਆ ਸੰਗਤ ਜੀ, ਅਤੇ ਆਓ ਤੁਹਾਨੂੰ ਅੰਦਰੋਂ ਵੀ ਜਿਹੜਾ ਆ ਉਹ ਗੱਡੀ ਦਿਖਾਉਂਦੇ ਆ ਕਿ ਕਿਵੇਂ ਦੀ ਆ ਅਤੇ ਅੰਦਰ ਕੀ ਕੁਛ ਜਿਹੜਾ ਆ ਉਹ ਹੈਗਾ ਆ। ਸੋ ਆ ਜਾਓ ਸਿੰਘ ਸਾਹਿਬ ਜੀ, ਤੁਸੀਂ ਵੀ ਅੰਦਰ ਆ ਜਾਓ। ਸੋ ਅਸੀਂ ਜਿਹੜਾ ਆ ਉਹ ਇਸ ਵੇਲੇ ਪਹਿਲਾਂ ਮੈਂ ਦੱਸ ਦੇਵਾਂ ਕਿ ਗੱਡੀ ਦੇ ਅੰਦਰ ਹਰ ਵੇਲੇ ਜਿਹੜਾ ਆ ਉਹ ਭਾਈ ਸੰਤੋਖ ਸਿੰਘ ਜੀ ਜਿਹੜੇ ਆ ਉਹ ਗੁਰਬਾਣੀ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ, ਅਤੇ ਅੰਦਰ ਵੀ ਇੱਕ CCTV ਕੈਮਰਾ ਅਤੇ ਸਪੀਕਰ ਜਿਹੜੇ ਆ ਉਹ ਲੱਗੇ ਹੋਏ ਆ, ਜਿਨ੍ਹਾਂ ਦੀ ਆਵਾਜ਼ ਜਿਹੜੀ ਆ ਉਹ ਕਾਫੀ ਆ। ਅਤੇ ਇੱਥੇ ਜਿਹੜੀ ਵੀ ਕੋਈ ਸਵਾਰੀ ਬੈਠਦੀ ਆ, ਜਿਹੜੇ ਵੀ ਵੀਰ ਬੈਠਦੇ ਆ, ਨਾਲ ਗੁਰਬਾਣੀ ਜਿਹੜੀ ਆ ਉਹਨਾਂ ਨੂੰ ਸਰਵਣ ਜਿਹੜੀ ਆ ਉਹ ਕਰਵਾਈ ਜਾਂਦੀ ਆ। ਅਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਤੋਂ ਜਿਹੜਾ ਕੀਰਤਨ ਆ ਉਹ ਵੀ ਚੱਲਦਾ ਰਹਿੰਦਾ ਆ। ਅੰਦਰਲੇ ਪਾਸੇ ਵੀ ਇਹਨਾਂ ਨੇ ਊੜਾ ਐੜਾ ਵੀ ਲਿਖਿਆ ਹੋਇਆ ਆ ਇੱਕ ਜਿਹੜਾ ਆ ਉਹ ਵੀ ਸਲੇਟ ਦੇ ਉੱਤੇ, ਅਤੇ ਦੂਸਰੇ ਪਾਸੇ ਜਿਹੜਾ ਆ ਉਹ ਮੂਲ ਮੰਤਰ ਦਾ ਪਾਠ ਜਿਹੜਾ ਆ ਉਹ ਵੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਜਿਹੜਾ ਆ ਉਹ ਵੀ ਪਾਠ ਲਿਖਿਆ ਹੋਇਆ ਆ। ਅਤੇ ਨਾਲ ਜਿਹੜਾ ਆ ਉਹ ਇੱਕ ਕੇਸਰੀ ਨਿਸ਼ਾਨ ਸਾਹਿਬ ਅੰਦਰਲੇ ਪਾਸੇ ਵੀ। ਅਤੇ ਜਿਹੜਾ ਮੈਂ ਬਾਹਰੋਂ ਤੁਹਾਨੂੰ ਦਿਖਾ ਰਿਹਾ ਸੀ ਜਿਹੜਾ ਮੈਂ ਬਾਹਰੋਂ ਦਿਖਾ ਰਿਹਾ ਸੀਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਸਰੂਪ ਜਿਹੜਾ ਆ ਉਹ ਇੱਕ ਮਾਡਲ ਜਿਹੜਾ ਆ ਉਹ ਇੱਥੇ ਅੰਦਰਲੇ ਪਾਸੇ ਜਿਹੜਾ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਉਹ ਵੀ ਨਜ਼ਰ ਆ ਰਿਹਾ ਹੈ। ਨਾਲ ਨੀਚੇ ਜਿੱਥੇ ਗੱਡੀ ਦਾ ਜਿਹੜਾ ਹੈਂਡਲ ਆ ਉਹਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਲਾਈਟਾਂ ਜਿਹੜੀਆਂ ਆ ਉਹ ਵੀ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਅਤੇ ਮੈਂ ਇਸ ਵੇਲੇ ਇਸ ਆਟੋ ਦੇ ਵਿੱਚ ਬੈਠਾ ਹਾਂ, ਅਤੇ ਇਸ ਦੇ ਵਿੱਚ ਬੈਠਿਆਂ ਮੈਨੂੰ ਲੱਗ ਨਹੀਂ ਰਿਹਾ ਕਿ ਮੈਂ ਕਿਸੇ ਆਟੋ ਦੇ ਵਿੱਚ ਬੈਠਾ ਹਾਂ, ਕਿਉਂਕਿ ਜਿੰਨੇ ਸੋਹਣੇ ਤਰੀਕੇ ਦੇ ਨਾਲ ਇਸ ਨੂੰ ਇਹਨਾਂ ਨੇ ਸਜਾਇਆ ਆ, ਅਤੇ ਨਾਲ ਗੁਰੂ ਦੀ ਗੱਲ ਜਿਹੜੀ ਆ ਉਹ ਕੀਤੀ ਆ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਸੋ ਗੁਰਬਾਣੀ ਦੀਆਂ ਤੁਕਾਂ ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸੱਚ ਸਮਾਵੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਸਾਰੀਆਂ ਲਿਖੀਆਂ, ਅਤੇ ਨਾਲ ਇਸ ਦੀ ਜਿਹੜੀ ਛੱਤ ਆ ਅੰਦਰਲੇ ਪਾਸਿਓਂ ਉਹਦੇ ਨਾਲ ਜਿਹੜੇ ਖੰਡੇ ਬਣੇ ਹੋਏ ਆ ਸਾਰੇ, ਉਹ ਤੁਸੀਂ ਦੇਖ ਸਕਦੇ ਹੋ ਕਿ ਅਨੇਕਾਂ ਹੀ ਜਿਹੜੇ ਖੰਡੇ ਆ ਉਹ ਇੱਥੇ ਇਹਨਾਂ ਨੇ ਲਗਾਏ ਹੋਏ ਆ, ਜਿਹੜੇ ਕਿ ਬਹੁਤ ਹੀ ਖੂਬਸੂਰਤ ਜਿਹੜਾ ਆ ਉਹ ਲੱਗ ਰਿਹਾ ਆ। ਅਤੇ ਇਸ ਤਰੀਕੇ ਨਾਲ ਪਿਛਲੇ ਪਾਸੇ ਵੀ ਜਿਹੜੀ ਛੱਤ ਦੇ ਉੱਪਰ ਸਾਰੀ ਛੱਤ ਹੈ ਉਹਦੇ ਨਾਲ ਖੰਡਿਆਂ ਦੇ ਨਾਲ ਵਾਹਿਗੁਰੂ 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 ਜਿਹੜਾ ਆ ਉਹ ਵੀ ਲਿਖਿਆ ਹੋਇਆ ਆ। ਸੋ ਇਸ ਗੱਡੀ ਦੇ ਵਿੱਚ ਬੈਠ ਕੇ ਇੱਕ ਬਹੁਤ ਹੀ ਅਲੱਗ ਹੀ ਤਰ੍ਹਾਂ ਦੀ ਜਿਹੜੀ ਫੀਲਿੰਗ ਆ ਉਹ ਆਉਂਦੀ ਆ। ਅਤੇ ਗੱਡੀ ਦੇ ਜਿਹੜਾ ਆ ਉਹ ਪਿਛਲੇ ਪਾਸੇ ਜਿਹੜੀ ਸੀਟ ਹੈ ਇਹਨਾਂ ਦੀ ਉਹਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਤ ਸੂਟ ਤੋਂ ਬਿਨਾਂ ਚੁੰਨੀ ਨਹੀਂ ਜੱਚਦੀ, ਦਾੜੀ ਕੇਸ ਤੋਂ ਬਿਨਾਂ ਪੱਗ ਨਹੀਂ ਜੱਚਦੀ। ਸੋ ਇਹ ਚੀਜ਼ਾਂ ਵੀ ਲਿਖੀਆਂ ਗਈਆਂ ਨੇ। ਸਿਰ ਢੱਕ ਕੇ
ਗੁਰਬਾਣੀ ਪੜ੍ਹੋ ਜੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਲਿਖੀਆਂ ਹੋਈਆਂ ਨੇ। ਸੋ ਆਓ ਇੱਕ ਵਾਰ ਫਿਰ ਭਾਈ ਸਾਹਿਬ ਨਾਲ ਜਿਹੜੇ ਗੱਡੀ ਦੇ ਅੰਦਰਲੇ ਪਾਸੇ ਸਾਰਾ ਕੁਝ ਲਗਾਇਆ ਗਿਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਜਿਵੇਂ ਅਸੀਂ ਬਾਹਰੋਂ ਸੰਗਤ ਨੂੰ ਦਿਖਾਇਆ ਆ, ਅੰਦਰੋਂ ਵੀ ਬਹੁਤ ਖੂਬਸੂਰਤ ਢੰਗ ਦੇ ਨਾਲ ਤੁਸੀਂ ਗੱਡੀ ਜਿਹੜੀ ਆ ਉਹ ਸ਼ਿੰਗਾਰੀ ਹੋਈ ਆ। ਸੋ ਕੀ ਕਹਿਣਾ ਚਾਹੋਗੇ? ਬਹੁਤ ਚੀਜ਼ਾਂ ਊੜਾ ਐੜਾ ਵੀ ਹੋਰ ਵੀ ਜਿਹੜੀਆਂ ਚੀਜ਼ਾਂ ਲਿਖੀਆਂ। ਤੁਸੀਂ ਇੱਧਰ ਨੂੰ ਮੇਰੇ ਵਾਲੇ ਪਾਸੇ ਨੂੰ ਥੋੜ੍ਹਾ ਜਿਹਾ ਬਾਹਰਲੇ ਪਾਸੇ ਨੂੰ ਮੂੰਹ ਜਿਹੜਾ ਆ ਉਹ ਘੁਮਾ ਲਓ, ਬੈਠ ਜਾਓ। ਬਿਲਕੁਲ ਅਸੀਂ ਹੁਣ ਗੱਲਬਾਤ ਕਰਦੇ ਹਾਂ ਜਿਹੜੀ ਅੰਦਰਲੇ ਪਾਸਿਓਂ ਗੱਡੀ ਨੂੰ ਜਿਹੜਾ ਇਹਨਾਂ ਨੇ ਸ਼ਿੰਗਾਰਿਆ ਹੋਇਆ ਆ ਅਤੇ ਅਲੱਗ-ਅਲੱਗ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਉਹ ਲਿਖੀਆਂ ਆ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ ਜਿਹੜੀ ਇਹ ਗੁਰਬਾਣੀ ਤੁਸੀਂ ਲਾਉਂਦੇ ਹੋ, ਇਹਦਾ ਕੀ ਮੋਟਿਵ? ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੰਗਤ ਜਦੋਂ ਬੈਠਦੀ ਹੈ ਜਾਂ ਤੁਹਾਡੇ ਆਟੋ 'ਚ ਕੋਈ ਸਵਾਰੀ ਜਾਂਦੀ ਆ ਤਾਂ ਉਦੋਂ, ਜਾਂ ਇਹ ਸਾਰਾ ਦਿਨ ਇਸੇ ਤਰ੍ਹਾਂ ਤੁਸੀਂ ਚਲਾਉਂਦੇ ਹੋ ਇਹਨਾਂ ਗੁਰਬਾਣੀ ਨੂੰ? ਇਹ ਗੁਰਬਾਣੀ ਜੀ ਜਿਹੜਾ ਵੀ ਬੰਦਾ ਸੁਣਦਾ ਉਹਦਾ ਮਨ ਖੁਸ਼ ਹੁੰਦਾ, ਜੇ ਉਹ ਸਿੱਖ ਹੈ ਜਾਂ ਹੋਰ ਕੋਈ ਧਰਮ ਨਾਲ ਸੰਬੰਧ ਹੈ, ਕਿਉਂਕਿ ਬਾਣੀ ਇੱਕ ਦੇਖੋ ਸਾਰੇ ਧਰਮ ਵਾਸਤੇ ਸਾਂਝੀਵਾਲ ਹੈ। ਦੂਜੀ ਗੱਲ, ਬਾਣੀ ਸੁਣਨ ਨਾਲ ਉਹਨਾਂ ਦਾ ਮਨ ਭਟਕਦਾ ਨਹੀਂ ਹੈ। ਕਈ ਸਵਾਰੀਆਂ ਮੈਂ ਵੇਖੀਆਂ ਨੇ ਜਦ ਬਾਣੀ ਨਾ ਲੱਗੀ ਜਾਂ ਕੋਈ ਪ੍ਰੋਬਲਮ ਕਰਕੇ ਫੋਨ, ਜਾਂ ਮੈਂ ਕਮਰੇ 'ਚ ਘਰ ਭੁੱਲਾਵਾਂ ਜਾਂ ਗੁਰੂ ਘਰ ਵਿੱਚ ਫੋਨ ਮੈਂ ਭੁੱਲਣ ਕਰਕੇ, ਮੈਂ ਗੱਡੀ 'ਚ ਫੋਨ ਨਾ ਹੋਣ ਕਰਕੇ ਬਾਣੀ ਨਹੀਂ ਕਈ ਵਾਰ ਮੈਂ ਲਾ ਸਕਦਾ। ਅਤੇ ਉਹ ਸਵਾਰੀਆਂ ਕੀ ਕਰਦੀਆਂ, ਜ਼ਿਆਦਾਤਰ ਗੱਲਾਂ ਬਾਤਾਂ ਵਿੱਚ ਲੱਗ ਜਾਂਦੀਆਂ ਹਨ ਅਤੇ ਆਪਸ ਵਿੱਚ ਗੱਲਾਂ ਜਿਹੜੀਆਂ ਪੁੱਠੀ ਸਿੱਧੀਆਂ ਗੱਲਾਂ ਕਰਦੀਆਂ ਹਨ, ਤਾਂ ਮੈਨੂੰ ਵੀ ਡਿਸਟਰਬ ਹੁੰਦਾ ਹੈ ਅਤੇ ਨਾਲ ਉਹ ਆਪ ਵੀ ਜਿਹੜੀ ਗੱਲਾਂ ਜਿਹੜੇ ਨਾਲ ਹੋਰ ਸਵਾਰੀ ਬੈਠੀ ਹੁੰਦੀਆਂ ਹਨ ਉਹ ਵੀ ਬੜੀ ਡਿਸਟਰਬ ਹੁੰਦੀਆਂ। ਇਸ ਕਰਕੇ ਮੈਂ ਕੋਸ਼ਿਸ਼ ਇਹ ਕਰਦਾ ਜਦ ਵੀ ਬਾਣੀ ਮੈਂ ਇਸ ਗੱਡੀ ਵਿੱਚ ਮੈਂ ਲਾ ਕੇ ਰੱਖਦਾ ਹਰ ਟਾਈਮ। ਅਤੇ ਨਾਲ ਇਹ 2 ਸਪੀਕਰ ਨੇ ਜਿਹੜੇ ਲੱਗੇ ਹੋਏ ਆ? ਹਾਂਜੀ, ਇਹ ਸਪੀਕਰ ਆਵਾਜ਼ ਵਾਸਤੇ ਮੈਂ ਲਾਇਆ ਹੈ ਕਿ ਆਵਾਜ਼ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਦੀ ਸੁਣੀ ਜਾਵੇ। ਇਹ ਸਾਰੇ ਖੰਡੇ ਜਿਹੜੇ ਆ ਇਹ ਵੀ ਇੱਕ ਬੜੇ ਸੋਹਣੇ ਲੱਗ ਰਹੇ ਆ। ਇਹ ਖੰਡੇ ਸਾਰਾ ਕੁਝ ਜਿਹੜਾ ਅਰੇਂਜ ਕਿਵੇਂ ਕਰਦੇ ਹੋ ਤੁਸੀਂ ਫਿਰ? ਜਿਹੜੀਆਂ ਇਹ ਚੀਜ਼ਾਂ ਆ ਕਿੱਥੋਂ ਲਿਆਉਂਦੇ ਹੋ ਜਾ ਕੇ? ਇਹ ਮੈਂ ਦਰਬਾਰ ਸਾਹਿਬ ਮੈਂ ਸਾਰੇ ਖੰਡੇ ਲਏ ਆ। ਜਦ ਮੈਂ ਗੱਡੀ ਤਿਆਰ ਕਰਾਉਣੀ ਸੀ ਉਦੋਂ ਗੱਡੀ ਤਿਆਰ ਹੋਣ ਤੋਂ ਪਹਿਲੇ ਹੀ ਮੈਂ ਸਾਰਾ ਪਲਾਨ ਬਣਾ ਲਿਆ ਸੀ ਕਿ ਖੰਡੇ ਲਾਉਣੇ, ਕਿ ਸਾਰਾ ਸਿਸਟਮ ਜਿਹੜਾ ਜੋ ਵੀ ਕੁਝ ਸਜਾਉਣਾ ਗੱਡੀ ਦੇ ਵਿੱਚ। ਸੋ ਖੰਡੇ ਮੈਂ ਗੱਡੀ ਤਿਆਰ ਹੋਣ ਤੋਂ ਪਹਿਲਾਂ ਹੀ ਮੈਂ ਖੰਡੇ ਆਪਣੇ ਕੋਲ ਲੈ ਕੇ ਰੱਖ ਲਏ ਸੀ ਦਰਬਾਰ ਸਾਹਿਬੋਂ। ਇਹ ਗੱਡੀ ਜਿਹੜੀ ਤੁਸੀਂ ਲਈ ਹੋਈ ਹੈ, ਇਹ ਗੱਡੀ ਤੁਸੀਂ ਕੈਸ਼ 'ਤੇ ਲਈ ਜਾਂ ਇਹਦੀ ਕੋਈ ਇੰਸਟਾਲਮੈਂਟ ਕਿਸ਼ਤ ਦੀ ਦਿੰਦੇ ਹੋ ਤੁਸੀਂ? ਗੱਡੀ ਮੈਂ ਕਿਸ਼ਤਾਂ 'ਤੇ ਲਈ ਹੈ ਜੀ। ਅੱਛਾ ਜੀ। ਹਾਂਜੀ, ਮੇਰਾ ਭਰਾ ਹੈ, ਮੇਰੇ ਤੋਂ ਵੱਡਾ ਹੈ, ਉਹ ਵੀ ਗੁਰੂ ਘਰ ਦਾ ਵਜ਼ੀਰ ਹੈ, ਭਾਈ ਅਮਰਜੀਤ ਸਿੰਘ। ਸੋ ਪੰਜਾਬ ਤੋਂ ਬਾਹਰ ਰਹਿੰਦਾ ਹੈ ਉਹ। ਉਸ ਨੂੰ ਮੈਂ ਕਿਹਾ ਸੀ ਕਿ ਭਾਈ ਮੈਂ ਇਸ ਟਾਈਮ ਬੜੀ ਪ੍ਰੋਬਲਮ ਵਿੱਚ ਆ ਗਿਆ, ਕਿਉਂਕਿ ਕਰੋਨਾ ਦੇ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅਤੇ ਗੁਰੂ ਘਰ ਵਿੱਚ ਜਿਹੜੀ ਸੰਗਤ ਘਟ ਗਈ ਸੀ ਅਤੇ ਕਈ ਗੁਰੂ ਘਰ ਜਿਹੜੇ ਹੈ ਕਈਆਂ ਨੇ ਕਮੇਟੀਆਂ ਨੇ ਬੰਦ ਕਰ ਦਿੱਤੇ ਸੀ। ਸੋ ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਗੁਰੂ ਘਰ ਵਿੱਚ ਸੰਗਤ ਘੱਟ ਹੋਣ ਕਰਕੇ ਜਿਹੜੀ ਤਨਖਾਹਾਂ ਹੈ ਉਹ ਕਮੇਟੀ ਸ਼ਾਇਦ ਘਟਾ ਦੇਣ ਜਾਂ ਕਈ ਕਮੇਟੀ ਨਾ ਦੇਣ। ਸੋ ਮੈਂ ਬੜਾ ਦੁਖੀ ਹੋ ਗਿਆ ਸੀ, ਅਤੇ ਮੈਂ ਫਿਰ ਭਰਾ ਨੂੰ, ਆਪਣੇ ਵੱਡੇ ਭਰਾ ਨੂੰ ਮੈਂ ਕਿਹਾ ਕਿ ਬਈ ਮੈਂ ਪ੍ਰੋਬਲਮ ਵਿੱਚ ਹੈਗਾ ਅਤੇ ਮੈਨੂੰ ਕੋਈ ਪੈਸੇ ਦੇ। ਸੋ ਭਰਾ ਨੇ ਮੈਨੂੰ ਪੈਸੇ ਦੀ ਮਦਦ ਕੀਤੀ। ਸੋ ਕਰੋਨਾ ਦੇ ਟਾਈਮ ਫਿਰ ਮੈਂ ਪੈਸੇ ਜੋ ਭਰਾ ਨੇ ਮੈਨੂੰ ਦਿੱਤੇ ਸੀ ਉਹ ਪੈਸੇ ਲੈ ਕੇ ਫਿਰ ਮੈਂ ਗੱਡੀ ਜਿਹੜੀ ਕਿਸ਼ਤਾਂ 'ਤੇ ਮੈਂ ਕਢਾਈ। ਹੁਣ ਮਤਲਬ ਇਹਦੀ ਕਿਸ਼ਤ ਜਿਹੜੀ ਉਹ ਤੁਸੀਂ ਉਤਾਰ ਰਹੇ ਹੋ? ਹਾਂਜੀ, ਗੱਡੀ ਦੀ ਕਿਸ਼ਤ ਜਿਹੜੀ ਮੈਂ ਉਤਾਰਦਾ, ਜਦ ਕਿਸ਼ਤ ਜਿਹੜੀ ਘਟ ਜਾਂਦੀ ਹੈ ਜਾਂ ਇਸ ਗੱਡੀ ਸਜਾਉਣ ਦੇ ਵਿੱਚ ਪੈਸੇ ਮੈਂ ਲਾ ਦਿੰਦਾ। ਸੋ ਪੈਸੇ ਕੱਟਣ ਕਰਕੇ ਮੈਂ ਫਿਰ ਕਈਆਂ ਆਪਣੇ ਗੁਰਮੁਖ ਪਿਆਰੇ ਹਨ, ਕੋਈ ਆਪਣੇ ਵੱਡੇ ਬਜ਼ੁਰਗ ਹਨ, ਅੰਕਲ ਹੈਗੇ, ਉਹਨਾਂ ਨੂੰ ਮੈਂ ਕਹਿੰਦਾ ਕਿ ਬਈ ਮੈਨੂੰ ਪੈਸੇ ਦੀ ਲੋੜ ਹੈ, ਮੈਂ ਗੱਡੀ ਦੀ ਕਿਸ਼ਤ ਤਾਰਨੀ ਹੈ, ਮੈਨੂੰ ਦਿਓ। ਉਹ ਫਿਰ ਅੰਕਲ ਮੇਰੀ ਮਦਦ ਕਰ ਦਿੰਦੇ ਹਨ। ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੀ ਮੇਰੀ। ਕਿੰਨੇ ਪੈਸੇ ਰਹਿ ਗਏ ਆ ਗੱਡੀ ਦੇ ਹੁਣ ਜਿਹੜੇ ਉਤਾਰਨ ਵਾਲੇ ਅਜੇ? ਗੱਡੀ ਦੇ ਜਿਹੜੇ ਪੈਸੇ ਹਨ, ਇੱਕ ਤਾਂ ਕਿਸ਼ਤ ਉਹ ਤਾਂ ਹਰ ਹੈਗੇ, ਕਿਸ਼ਤ ਜਿਹੜੀ ਹੈ ਉਹ ਤਾਂ ਹਰ ਮਹੀਨੇ ਆ ਰਹੀ ਹੈ, 6400 ਰੁਪਏ ਕਿਸ਼ਤ ਹੈਗੀ।
ਇਹ ਗੱਡੀ ਦੀ ਕਿਸ਼ਤ 2400 ਹਰ ਮਹੀਨੇ 48 ਕਿਸ਼ਤਾਂ ਹੈਗੀਆਂ 2400 ਦੇ ਹਿਸਾਬ ਨਾਲ ਤੁਸੀਂ ਜੋੜ ਲਓ 48 ਕਿਸ਼ਤਾਂ ਹੈਗੀਆਂ। ਸੋ 48 ਕਿਸ਼ਤਾਂ ਜਿਹੜੀਆਂ ਉਹ ਮੈਂ ਜਮ੍ਹਾਂ ਕਰਨੀਆਂ ਹਨ ਇੱਦਾਂ ਹੀ ਬਸ ਸੰਗਤ ਦੀ ਸੇਵਾ ਵਿੱਚ ਸੰਗਤ ਸੇਵਾ 'ਚ ਲਾ ਕੇ। ਸੋ ਇਹ ਗੱਡੀ ਵੀ ਤਿਆਰ ਕੀਤੀ, ਇਸ ਵਿੱਚ ਵੀ ਪੈਸਾ ਕਾਫੀ ਲੱਗ ਗਿਆ। ਸੋ ਮੈਂ ਕਿਸੇ ਨੂੰ ਦੱਸ ਨਹੀਂ ਸਕਿਆ ਕਿੰਨਾ ਪੈਸਾ ਲੱਗ ਗਿਆ, ਮੈਨੂੰ ਆਪ ਨਹੀਂ ਪਤਾ ਕਿੰਨਾ ਪੈਸਾ ਲੱਗ ਗਿਆ। ਜਿੰਨਾ ਮੇਰੇ ਕੋਲ ਇਕੱਠਾ ਸੀ ਪਿਆ ਸੀ ਮੈਂ ਥੋੜ੍ਹਾ ਥੋੜ੍ਹਾ ਕਰਕੇ ਇਕੱਠਾ ਕੀਤਾ ਸੀ। ਕਈਆਂ ਨੇ ਮੈਨੂੰ ਪੈਸਾ ਦਿੱਤਾ ਵੀ। ਸੋ ਸਾਰਾ ਗੱਡੀ ਵਿੱਚ ਮੈਂ ਇਹ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮੈਂ ਸਜਾਉਣ ਵਿੱਚ ਪੈਸਾ ਲਾ ਦਿੱਤਾ। ਸੋ ਮੈਨੂੰ ਦੁੱਖ ਨਹੀਂ ਹੈ, ਕੋਈ ਨਹੀਂ ਪੈਸਾ ਜਿਹੜਾ ਫਿਰ ਇੱਦਾਂ ਹੀ ਕੋਈ ਗੁਰਮੁਖ ਪਿਆਰਾ ਜਿਹੜਾ ਹੈਗਾ ਉਹ ਸੇਵਾ ਕਰ ਦੇਗਾ। ਜਿਹੜਾ ਮੇਰਾ ਪੈਸੇ ਮੈਂ ਕੀ ਕੋਲ ਲਏ ਵੀ ਹੈਗੇ ਗੱਡੀ ਤਿਆਰ ਕਰਨ ਵਾਸਤੇ ਉਹ ਮੈਂ ਉਸ ਨੂੰ ਮੋੜ ਦਿਆਂਗਾ। ਬਿਲਕੁਲ ਲਗਭਗ ਮਤਲਬ 3 ਲੱਖ ਰੁਪਇਆ ਜਿਹੜਾ ਕਿਸ਼ਤ ਦਾ ਬਣਦਾ ਵਾ ਜਿਹੜੀ ਹਰ ਮਹੀਨੇ ਤਾਰਦੇ ਹੋ ਤੁਸੀਂ, ਤੇ ਇਹਦਾ 3 ਲੱਖ ਤੋਂ ਥੋੜਾ ਉੱਪਰ ਹੀ ਬਣਦੇ ਨੇ ਪੈਸੇ ਮਤਲਬ ਜਿਹੜੇ ਤੁਸੀਂ ਉਤਾਰਨੇ ਇਹਦੇ ਆਟੋ ਦੇ। ਹਾਂਜੀ ਇੰਨੇ ਤੇ ਬਣਦੇ ਹੈਗੇ ਜੀ, ਕਿਉਂਕਿ ਮੈਂ ਇਹ ਕਿਸ਼ਤ 'ਤੇ ਮੈਂ ਗੱਡੀ ਲੈ ਲਈ। ਕਿਸ਼ਤ 'ਤੇ ਲੈਣ ਕਰਕੇ ਗੱਡੀ ਦਾ ਵਿਆਜ ਜਿਹੜਾ ਉਹ ਬਣ ਜਾਂਦਾ। ਜੇ ਨਕਦ ਲਈ ਜਾਵੇ ਗੱਡੀ ਤੇ ਉਹ ਵਿਆਜ ਬੈਂਕ ਵਾਲਾ ਜਿਹੜਾ ਉਹ ਨਹੀਂ ਲੱਗਦਾ। ਸੋ ਪੌਣੇ 4 ਲੱਖ ਦੀ ਇਹ ਗੱਡੀ ਜਿਹੜੀ ਮੈਨੂੰ ਪੈ ਗਈ ਸੀ, ਜਿਸ ਵਿੱਚ ਮੈਂ 75,000 ਰੁਪਏ ਉਹ ਮੈਂ ਗੱਡੀ ਦੇ ਤਾਰ ਚੁੱਕਾ, 3 ਲੱਖ ਮੈਕਸਿਮਮ ਉਹ ਰਹਿ ਗਏ ਆ। ਤੋ ਇੱਦਾਂ ਹੀ ਬਸ ਮੈਂ ਤਾਰਨੇ ਹਨ। ਪਰ ਮੇਰਾ ਚਾਅ ਹੈ ਜਿਹੜਾ ਹਰ ਸਾਲ ਜਿਹੜਾ ਇੱਕ ਸਿੱਖੀ ਦਾ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਇੱਕ ਦਿਹਾੜਾ ਆਉਂਦਾ, ਉਸ ਯਾਦ ਵਿੱਚ ਮੈਂ ਗੱਡੀ ਤਿਆਰ ਕਰਾਂ। ਹੁਣ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਣਾ ਜਾਂ ਉਸ ਤੋਂ ਅੱਗੇ ਵਿਸਾਖੀ ਦਿਹਾੜਾ ਆਉਣਾ, ਉਹ ਮੈਸੇਜ ਮੈਂ ਸੰਗਤਾਂ ਵਿੱਚ ਲਿਆਉਣਾ ਹੈ। ਸੋ ਪੈਸੇ ਤੋਂ ਬਿਨਾਂ ਦੇਖੋ ਕੋਈ ਚੀਜ਼ ਅਸੀਂ ਲੈ ਨਹੀਂ ਸਕਦੇ। ਬਾਜ਼ਾਰ ਵਿੱਚ ਕੋਈ ਵੀ ਚੀਜ਼ ਲੈਣੀ ਹੈ, ਤਿਆਰ ਕਰਨੀ ਹੈ, ਉਸ ਵਿੱਚ ਪੈਸਾ ਚਾਹੀਦਾ। ਸੋ ਕਈ ਪੈਸੇ ਦੀ ਮਦਦ ਕਰ ਦਿੰਦੇ, ਕਈ ਨਹੀਂ ਕਰਦੇ, ਜਿਹੜੇ ਇਸ ਕਰਕੇ ਪੈਸੇ ਦੀ ਪ੍ਰੋਬਲਮ ਪੈ ਜਾਂਦੀ ਹੈ। ਸੋ ਮੇਰਾ ਚਾਅ ਤੇ ਹਰ ਦਿਹਾੜਾ ਜਿਹੜਾ ਸਿੱਖੀ ਦਾ ਆਵੇ, ਪ੍ਰਕਾਸ਼ ਦਿਹਾੜਾ ਆਵੇ, ਗੁਰੂ ਸਾਹਿਬਾਨਾਂ ਦਾ ਆਵੇ, ਉਸ ਦਿਹਾੜੇ ਵਿੱਚ ਉਸ ਦਿਹਾੜੇ ਲਈ ਮੈਂ ਗੱਡੀ ਇੱਦਾਂ ਹੀ ਧਾਰਮਿਕ ਤਰੀਕੇ ਨਾਲ ਤਿਆਰ ਕਰਾਂ ਅਤੇ ਸੰਗਤਾਂ ਦੇ ਦਰਸ਼ਨ ਵਿੱਚ ਸੰਗਤਾਂ ਵਾਸਤੇ। ਬਿਲਕੁਲ ਜੀ ਸੰਗਤ ਜੀ ਜ਼ਰੂਰ ਅਜਿਹੇ ਗੁਰਸਿੱਖਾਂ ਦੀ ਜਿਹੜੀ ਮਦਦ ਆ ਉਹ ਵੀ ਕਰਿਆ ਕਰੋ, ਜਿਹੜੇ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰ ਜਿਹੜਾ ਆ ਉਹ ਸਿੱਖੀ ਦਾ ਕਰ ਰਹੇ ਆ। ਨਾਲ ਜਿਵੇਂ ਇਹਨਾਂ ਨੇ ਦੱਸਿਆ ਕਿ ਹਰੇਕ ਦਿਹਾੜਾ ਜਦੋਂ ਆਉਂਦਾ ਆ ਤਾਂ ਆਪਣੇ ਕੋਲੋਂ ਜਿਹੜੀ ਕਿਰਤ ਕਮਾਈ ਕਰਦੇ ਆ, ਕਈ ਵਾਰ ਕਿਸ਼ਤ ਵੀ ਰੁਕ ਜਾਂਦੀ ਆ। ਤਾਂ ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਹਾੜਾ ਅੱਗੇ ਆਉਣਾ ਆ ਤੇ ਇਹਨਾਂ ਨੇ ਉਸ ਸੰਬੰਧ ਦੇ ਵਿੱਚ ਵੀ ਗੱਡੀ ਜਿਹੜੀ ਆ ਉਹਦੇ ਉੱਤੇ ਗੁਰੂ ਮਹਾਰਾਜ ਦੇ ਨਾਲ ਸੰਬੰਧਿਤ ਕੁਝ ਜਿਹੜੀ ਆ ਉਹ ਗੁਰਬਾਣੀ ਜਾਂ ਕੁਝ ਸੁਨੇਹੇ, ਕੁਝ ਸੋਹਣੇ ਮੈਸੇਜ ਜਿਹੜੇ ਆ ਉਹ ਲਿਖ ਕੇ ਜਿਹੜੇ ਆ ਉਹ ਲਾਉਣੇ ਆ। ਜਿਵੇਂ ਇੱਥੇ ਇਹ ਲਾਇਆ ਵਾ, ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰ ਦਾ ਜਿਹੜਾ ਆ ਬੜਾ ਅੱਛਾ ਸਾਧਨ ਆ। ਸੋ ਅਸੀਂ ਗੱਡੀ ਦੇ ਅਗਲੇ ਪਾਸੇ ਆ ਕੇ ਜਿਹੜਾ ਆ ਅੱਜ ਦੀ ਇਹ ਸਾਰੀ ਇੰਟਰਵਿਊ ਜਿਹੜੀ ਆ ਅਸੀਂ ਇਹਨਾਂ ਨਾਲ ਕੀਤੀ ਆ ਉਸ ਨੂੰ ਅਸੀਂ ਸਮਾਪਤ ਕਰਾਂਗੇ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦਰਸਾਇਆ ਸੀਗਾ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇਲਾ ਅੰਮ੍ਰਿਤ ਛਕੋ ਸਿੰਘ ਸਜੋ ਦਾ ਸੁਨੇਹਾ ਦਿੰਦੀ ਹੋਈ ਇਹ ਗੱਡੀ, ਇਹ ਆਟੋ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਖੂਬਸੂਰਤ ਦ੍ਰਿਸ਼ ਜਿਹੜਾ ਆ ਉਹ ਪੇਸ਼ ਕਰ ਰਿਹਾ ਹੈ। ਸੋ ਜੇ ਕਿਸੇ ਨੇ ਇਹਨਾਂ ਦੀ ਭਾਈ ਸਾਹਿਬ ਦੀ ਕੋਈ ਹੈਲਪ ਵੀ ਕਰਨੀ ਹੋਵੇ ਜਾਂ ਜਿਹੜਾ ਆ ਇਹਨਾਂ ਤੱਕ ਕੋਈ ਸਹਾਇਤਾ ਵੀ ਪਹੁੰਚਾਉਣੀ ਹੋਵੇ ਤਾਂ ਜ਼ਰੂਰ ਤੁਸੀਂ ਜਿਹੜਾ ਆ ਸਿੱਖ ਚੈਨਲ ਤੋਂ ਇਹਨਾਂ ਤੱਕ ਜਿਹੜਾ ਆ ਉਹ ਪਹੁੰਚ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਸੋ ਲਾਸਟ ਦੇ ਉੱਤੇ ਕੀ ਕਹਿਣਾ ਚਾਹੋਗੇ ਜੀ ਸਮੂਹ ਸੰਗਤਾਂ ਨੂੰ? ਅੱਗੇ ਆ ਜਾਓ ਜੀ ਇੱਥੇ। ਸੋ ਲਾਸਟ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੀ ਕਰਨਾ ਜਿਨ੍ਹਾਂ ਨੇ ਗੱਡੀ ਦੇ ਦਰਸ਼ਨ ਕਰ ਲਏ ਹਨ ਜਾਂ ਨੈੱਟ ਦੇ ਵਿੱਚ ਗੱਡੀ ਦੀ ਵੀਡੀਓ ਆ ਚੁੱਕੀ ਹੈ, ਕਈ ਗੁਰਮੁਖ ਪਿਆਰਿਆਂ ਨੇ ਪਾਈ ਹੈ। ਸੋ ਮੈਂ ਸੁਨੇਹਾ ਇਸ ਸੰਗਤਾਂ ਤੱਕ ਲੈ ਜਾਣਾ ਚਾਹੁੰਦਾ ਹਾਂ ਕਿ ਇਹ ਗੱਡੀ ਜਿਹੜੀ ਹਰ ਕੋਈ ਧਾਰਮਿਕ ਦਿਹਾੜਾ ਆਵੇ ਅਤੇ ਉਸ ਧਾਰਮਿਕ ਦਿਹਾੜੇ ਵਿੱਚ ਮੈਂ ਗੱਡੀ ਆਪਣੀ ਚਾਅ ਨਾਲ ਤਿਆਰ ਕਰਾਂ ਅਤੇ ਸੰਗਤਾਂ ਦਰਸ਼ਨ ਵਿੱਚ ਸੰਗਤਾਂ ਇਸ ਗੱਡੀ ਨੂੰ ਦੇਖ ਕੇ ਖੁਸ਼ ਹੋਵੇ। ਸੋ ਇਸ ਵਾਸਤੇ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਸੰਗਤਾਂ ਨੂੰ, ਅਤੇ ਮਾਇਆ ਜਿਹੜੀ ਹੈ ਉਹ ਮਾਇਆ ਨਾਲ ਹੀ ਸਾਰੀ ਗੱਡੀ ਤਿਆਰ ਹੁੰਦੀ ਹੈ। ਸੋ ਮੈਂ ਇਹ ਚਾਹੁੰਦਾ ਹਾਂ ਕਿ ਬਸ ਇਹ ਗੱਡੀ ਜਿਹੜੀ ਧਾਰਮਿਕ ਤਰੀਕੇ ਨਾਲ ਕੋਈ ਮੈਸੇਜ ਸੰਗਤਾਂ ਤੱਕ ਜਾਵੇ, ਸੰਗਤਾਂ ਵਿੱਚ ਕੋਈ ਚਾਅ ਚੜ੍ਹੇ ਜਿਹੜਾ ਸਿੱਖੀ ਵਿੱਚ ਆਉਣ ਦਾ। ਕਿਉਂਕਿ ਜਿਹੜੀ ਇੰਪੋਰਟੈਂਟ ਗੱਲ ਇੱਕ ਮੈਂ ਅੱਗੇ ਗੱਡੀ ਦੇ ਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਚੀਜ਼ ਦੇਖੋ ਬਹੁਤ ਹੀ ਘੱਟ ਜਿਹੜੀ ਸਾਨੂੰ ਸੁਣਨ ਨੂੰ ਮਿਲਦੀ ਹੈ। ਜ਼ਿਆਦਾਤਰ ਆਪਾਂ ਸਤਿ ਸ੍ਰੀ ਅਕਾਲ ਹੀ ਬੁਲਾ ਕੇ ਰਹਿ ਜਾਂਦੇ ਹਾਂ, ਅਤੇ ਜਿਹੜਾ ਅਸਲੀ ਵਰਡ ਹੈ ਸਤਿ ਸ੍ਰੀ ਅਕਾਲ, ਅਤੇ ਉਹ ਸਤਿ ਸ੍ਰੀ ਅਕਾਲ ਹੀ ਜਿਹੜਾ ਸ਼ਾਰਟਕਟ ਵਿੱਚ ਆਪਾਂ ਨਿੱਕੀ ਜਿਹੀ ਬੁਲਾ ਲੈਂਦੇ ਹਾਂ। ਪਰ ਜਿਹੜੀ ਇੱਕ ਮਰਿਆਦਾ ਹੈ ਫਤਿਹ ਬੁਲਾਉਣ ਦੀ, ਉਹ ਸਿੱਖੀ ਵਿੱਚ ਸਾਡੇ ਧਰਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਕਿ ਆਪਾਂ ਜਦ ਵੀ ਸਿੰਘ ਜਾਂ
ਆਪਾਂ ਦੋ ਸਿੰਘ ਜਾਂ ਸਿੰਘਣੀ ਜਾਂ ਗੁਰਮੁਖ ਪਿਆਰਾ ਮਿਲੇ ਤੇ ਮਿਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਹੈ ਗੁਰੂ ਦੀ ਜਿਹੜੀ ਫਤਿਹ ਹੈ, ਕਿਉਂਕਿ ਫਤਿਹ ਕਿਸੇ ਰਾਜੇ ਦੀ ਨਹੀਂ ਹੈ, ਕਿਸੇ ਬੰਦੇ ਇਕੱਲੇ ਦੀ ਨਹੀਂ, ਇਹ ਫਤਿਹ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੈ। ਸੋ ਇਹ ਮਰਿਆਦਾ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਫਤਿਹ ਦੀ ਇੱਕ ਦਿੱਤੀ ਗਈ ਹੈ। ਸੋ ਬਿਲਕੁਲ ਸੰਗਤ ਜੀ, ਬਹੁਤ ਬਹੁਤ ਧੰਨਵਾਦ। ਸੋ ਧੰਨਵਾਦ ਕਰਦੇ ਹਾਂ ਭਾਈ ਸੰਤੋਖ ਸਿੰਘ ਹੋਰਾਂ ਦਾ ਵੀ, ਜਿਹੜੇ ਇੱਕ ਆਪਣੀ ਕਿਰਤ ਦੇ ਨਾਲ ਨਾਲ ਪ੍ਰਚਾਰ ਵੀ ਕਰ ਰਹੇ ਆ ਤੇ ਇਸ ਦੇ ਉੱਤੇ ਕਾਫੀ ਮਾਇਆ ਖਰਚ ਕਰਦੇ ਆ, ਕਿਉਂਕਿ ਸਾਰੀਆਂ ਚੀਜ਼ਾਂ ਲਿਆਉਣੀਆਂ ਜਿਹੜੀਆਂ ਪੁਰਾਣੀਆਂ ਉਹ ਉਤਾਰ ਕੇ ਅਦਬ ਸਹਿਤ ਉਹਨਾਂ ਨੂੰ ਸਾਂਭ ਲਿਆ ਜਾਂਦਾ ਹੈ। ਉਸ ਤੋਂ ਬਾਅਦ ਦੇ ਵਿੱਚ ਹੋਰ ਨਵੀਆਂ ਚੀਜ਼ਾਂ ਜਿਵੇਂ ਜਿਵੇਂ ਦਿਹਾੜੇ ਆਉਂਦੇ ਉਸ ਹਿਸਾਬ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇਸ ਆਪਣੀ ਗੱਡੀ ਦੇ ਉੱਤੇ ਜਿਹੜਾ ਆ ਉਹ ਚੱਲਦੇ ਆ, ਆਪਣੀ ਕਿਰਤ ਜਿਹੜੀ ਆ ਉਹ ਵੀ ਕਰਦੇ ਆ। ਨਾਲ ਜਿਹੜੀਆਂ ਕੁਝ ਗੁਰਸਿੱਖ ਜਿਹੜੇ ਆ ਉਹ ਗੁਰਬਾਣੀ ਜਾਂ ਕੋਈ ਸ਼ਬਦ ਜਿਹੜਾ ਆ ਉਹ ਕੰਠ ਕੀਤਾ ਸੁਣਾਉਂਦੇ ਆ ਤਾਂ ਉਹਨਾਂ ਕੋਲ ਕਿਰਾਇਆ ਤੱਕ ਜਿਹੜਾ ਆ ਉਹ ਵੀ ਨਹੀਂ ਲੈਂਦੇ। ਸੋ ਬਹੁਤ ਅੱਛੀ ਗੱਲ ਹੈ, ਸਿੱਖੀ ਦਾ ਇਹੀ ਅਸੂਲ ਜਿਹੜਾ ਆ ਉਹ ਹੈਗਾ ਆ ਕਿ ਅਸੀਂ ਜਿਹੜਾ ਆ ਹਮੇਸ਼ਾ ਹੀ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸਿਧਾਂਤ ਜਿਹੜਾ ਉਸ ਦੇ ਉੱਤੇ ਪਹਿਰਾ ਦਈਏ ਤੇ ਨਾਲ ਅਸੀਂ ਜਿਹੜਾ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਜਿਹੜਾ ਆ ਉਹ ਬਸਰ ਕਰੀਏ। ਸੋ ਇਸ ਵੇਲੇ ਦਿਨ ਦਾ ਸਮਾਂ ਆ, ਲਾਈਟਾਂ ਵੀ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲਗਾਈਆਂ ਹੋਈਆਂ ਨੇ, ਜਿਹੜੀਆਂ ਕਿ ਰਾਤ ਦੇ ਸਮੇਂ ਇੱਕ ਵੱਖਰਾ ਹੀ ਦ੍ਰਿਸ਼ ਜਿਹੜਾ ਆ ਉਹ ਪੇਸ਼ ਕਰਦੀਆਂ ਨੇ ਜਦੋਂ ਇਹ ਆਟੋ ਰਾਤ ਦੇ ਸਮੇਂ ਕਿਤੇ ਖੜਾ ਹੁੰਦਾ ਆ। ਸੋ ਬਹੁਤ ਵਧੀਆ ਲੱਗਾ ਭਾਈ ਸਾਹਿਬ ਦੇ ਨਾਲ ਗੱਲਬਾਤ ਕਰਕੇ ਤੇ ਇਸੇ ਤਰ੍ਹਾਂ ਹੀ ਅਸੀਂ ਆਸ ਕਰਦੇ ਹਾਂ ਕਿ ਇੱਧਰੋਂ ਦੀ ਆ ਜਾਓ, ਤੇ ਇਸੇ ਤਰ੍ਹਾਂ ਹੀ ਅਸੀਂ ਆਸ ਕਰਦੇ ਹਾਂ ਕਿ ਇਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ। ਨਾਲ ਗੁਰੂ ਘਰ ਦੇ ਵਜ਼ੀਰ ਵੀ ਨੇ ਤੇ ਉੱਥੋਂ ਵੀ ਜਿਹੜਾ ਆ ਉਹ ਸੇਵਾਵਾਂ ਨਿਭਾਉਂਦੇ ਨੇ ਤੇ ਨਾਲ ਅਖੰਡ ਪਾਠ ਸਾਹਿਬ ਜਾਂ ਹੋਰ ਗੁਰਬਾਣੀ ਬੱਚਿਆਂ ਨੂੰ ਵੀ ਜਿਹੜਾ ਆ ਉਹ ਨਿਸ਼ਕਾਮ ਸੇਵਾ ਜਿਹੜੀ ਆ ਉਹ ਵੀ ਕਰਦੇ ਨੇ। ਸੋ ਬਹੁਤ ਬਹੁਤ ਧੰਨਵਾਦ। ਫਿਰ ਮੌਕਾ ਬਣਿਆ ਤਾਂ ਇਹਨਾਂ ਨਾਲ ਦੁਬਾਰਾ ਮੁਲਾਕਾਤ ਕਰਾਵਾਂਗੇ। ਇੱਥੇ ਹੀ ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।